ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿੰਨਾ ਟੌਪਿਕਸ ਦੇ ਬਾਰੇ ਗੱਲਬਾਤ ਕਰਾਂਗੇ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਵਾਂ ਤਾਂ ਅੱਜ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਕਰੋਨਾ ਵਾਇਰਸ ਦੀ ਸਥਿਤੀ ਦੇ ਬਾਰੇ। ਮੌਜੂਦਾ ਸਥਿਤੀ ਕੀ ਬਣੀ ਹੋਈ ਹੈ ਸਾਰੇ ਦੇਸ਼ ਦੇ ਵਿੱਚ, ਦੁਨੀਆ ਭਰ ਦੇ ਵਿੱਚ। ਨਾਲ ਇਸ ਦੇ ਗੱਲਬਾਤ ਕਰਾਂਗੇ ਕਿ ਕਰੋਨਾ ਵਾਇਰਸ ਦਾ ਅਸਰ ਕਿੱਥੋਂ ਤੱਕ ਗਿਆ, ਕਿਉਂਕਿ ਆਰਥਿਕਤਾ, ਜੇ ਅਸੀਂ ਇਕਨੋਮੀ ਦੀ ਗੱਲ ਕਰੀਏ ਤਾਂ ਇਕਨੋਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਿਰਫ ਇੱਕ ਦੇਸ਼ ਦੀ ਨਹੀਂ, ਹਰ ਕਿਸੇ ਮੁਲਕ ਦੀ ਜੋ GDP ਹੈ ਉਹ ਵੀ ਪ੍ਰਭਾਵਿਤ ਹੋਈ ਹੈ। ਉਹਦੇ ਬਾਰੇ ਗੱਲਬਾਤ ਹੋਵੇਗੀ ਤੇ ਨਾਲ ਗੱਲਬਾਤ ਹੋਵੇਗੀ ਚਾਈਨਾ ਤੇ ਭਾਰਤ ਦੇ ਬਾਰੇ, ਜਿਹੜੇ ਉਹਨਾਂ ਦੇ ਸਬੰਧ ਸੀ ਉਹ ਵਿਗੜ ਰਹੇ ਨੇ ਲਗਾਤਾਰ ਤੇ ਹੁਣ ਵੀ ਇੱਕ ਥਾਂ ਦੇ ਉੱਤੇ ਘਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਬਾਰੇ ਵੀ ਵਿਚਾਰ ਚਰਚਾ ਹੋਵੇਗੀ। ਤੇ ਨਾਲ ਹੁਣ ਜੇ ਫੇਸਬੁੱਕ ਤੇ BJP ਦੇ ਰਿਸ਼ਤਿਆਂ ਦੀ ਗੱਲਬਾਤ ਕੀਤੀ ਜਾਵੇ, ਕੀ ਮਾਮਲਾ ਹੈ ਪੂਰਾ, ਇਸ ਦੇ ਬਾਰੇ ਵੀ ਗੱਲਬਾਤ ਹੋਵੇਗੀ। ਤੇ ਨਾਲ ਪੰਜਾਬ ਦੀ ਗੱਲ ਕਰੀਏ ਤਾਂ ਆਰੂਸਾ ਆਲਮ ਦਾ ਜੋ ਮੁੱਦਾ ਸੀ ਉਹ ਫੇਰ ਭਖਿਆ ਇੱਕ ਵਾਰ, ਉਹ ਕੀ ਹੈ ਉਹਦੇ ਬਾਰੇ ਵੀ ਚਰਚਾ ਹੋਵੇਗੀ। ਸੋ ਵਿਚਾਰ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਅਰਸ਼ੀਤ, ਥੈਂਕ ਯੂ। ਬਿਲਕੁਲ, ਤੁਸੀਂ ਟਾਈਮ ਟੂ ਟਾਈਮ ਕਰਦੇ ਹੋ ਤੇ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਦੇ ਹੈਗੇ ਆ। ਤੇ ਕਰੋਨਾ ਵਾਇਰਸ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਰੋਨਾ ਵਾਇਰਸ ਦੇ ਕੇਸ ਹਰਪ੍ਰੀਤ ਜੀ ਬਹੁਤ ਵੱਧ ਰਹੇ ਨੇ। ਅਸੀਂ ਹੁਣ BC ਦੇ ਵਿੱਚ ਰਹਿੰਦੇ ਹਾਂ ਤਾਂ BC ਦੇ ਵਿੱਚ ਪਿਛਲੇ ਮਹੀਨੇ ਅਸੀਂ ਦੇਖਿਆ ਸੀ ਕਿ 124 120 ਕੇਸ ਆਏ ਹੈਗੇ ਆ ਤੇ ਇਸ ਮਹੀਨੇ ਫਿਰ ਤੋਂ ਜੇ ਅਸੀਂ ਹੁਣ ਫਰਾਈਡੇ ਦੀ ਗੱਲ ਕਰੀਏ ਤਾਂ ਫਰਾਈਡੇ ਨੂੰ ਆਏ ਸੀ 121 ਕੇਸ, ਜੋ ਕਿ ਬਹੁਤ ਜ਼ਿਆਦਾ ਕੇਸ ਨੇ। ਤੇ ਸਾਡੇ ਜੋ ਜੇ ਸਾਡੇ ਟੌਪ ਡਾਕਟਰ ਆ, ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਡਾਕਟਰ ਬੋਨੀ ਹੈਨਰੀ, ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰੀ ਤਾਂ ਫਲੈਟ ਕਰ ਲਈ ਸੀ ਕਰਵ, ਹੁਣ ਤੱਕ ਕ੍ਰਿਟੀਕਲ ਲੱਗਦਾ ਮੈਨੂੰ ਕਿ ਅਸੀਂ ਕਰਾਂਗੇ ਵੀ ਫਲੈਟ ਕਿ ਨਹੀਂ ਕਰਾਂਗੇ, ਕਿਉਂਕਿ ਇੱਕ ਤਾਂ ਸਕੂਲ ਖੁੱਲ ਰਹੇ ਤੇ ਇੱਕ ਦੂਜੇ ਪਾਸੇ ਹੁਣ ਫਲੂ ਦਾ ਸੀਜ਼ਨ ਆ ਰਿਹਾ। ਕਿਉਂਕਿ ਆਲਵੇਜ਼ ਜਦੋਂ ਅਸੀਂ ਫਲੂ ਸੀਜ਼ਨ ਦੀ ਗੱਲ ਕਰਦੇ ਹਾਂ ਤਾਂ ਫਲੂ ਸ਼ਾਟਸ ਵੀ ਅਸੀਂ ਲਗਵਾਉਂਦੇ ਹੈਗੇ ਆ, ਹਰੇਕ ਸਾਲ ਸਾਡੇ ਫਲੂ ਸ਼ਾਟ ਲੱਗਦੇ ਹੈਗੇ ਆ ਤੇ ਇਸ ਸਾਲ ਜਿਹੜੇ ਉਹ ਲਗਵਾਉਣੇ ਹੋਰ ਵੀ ਲਾਜ਼ਮੀ ਹੋ ਗਏ ਹੈਗੇ ਆ। ਤੇ ਹੁਣ ਉਦੋਂ ਵੀ ਸਥਿਤੀ ਸੰਭਾਲਣੀ ਥੋੜੀ ਔਖੀ ਹੋ ਜਾਂਦੀ ਹੈ ਤੇ ਕੋਵਿਡ ਕਰਕੇ ਤਾਂ ਹੋਰ ਵੀ ਔਖੀ ਹੋ ਜਾਣੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਕਰੋਨਾ ਵਾਇਰਸ ਦੇ ਕੇਸਾਂ ਦੀ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ। ਹਰ ਕਿਸੇ ਜਗ੍ਹਾ ਦੇ ਉੱਤੇ ਜਿਹੜੇ ਕੇਸ ਵੱਧ ਰਹੇ ਨੇ, ਭਾਰਤ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ? ਜਦੋਂ ਅਰਸ਼ ਜੀ ਆਪਾਂ ਇਸ ਬਿਮਾਰੀ ਦੇ ਮੁਤਲਕ ਜਦੋਂ ਵੀ ਚਰਚਾ ਸ਼ੁਰੂ ਕਰਦੇ ਹਾਂ, ਫਿਰ ਇਹਨੂੰ ਆਪਾਂ ਕਿਤੇ ਨਾ ਕਿਤੇ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਦੁਨੀਆ ਦੇ ਵਿੱਚੋਂ ਮੌਜੂਦਾ ਹਾਲਾਤ ਕਿੱਦਾਂ ਦੇ ਨੇ, ਕਿਹੜੇ ਦੇਸ਼ ਬਹੁਤ ਜ਼ਿਆਦਾ ਕ੍ਰਿਟੀਕਲ ਆ ਜੀ, ਔਰ ਕਿੱਥੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਆ। ਔਰ ਉਹਨਾਂ ਮਾਮਲਿਆਂ 'ਚ ਜੇਕਰ ਆਪਾਂ ਟੌਪ ਤੋਂ ਸਥਿਤੀ ਦੇਖਦੇ ਹਾਂ, ਹੁਣ ਟੌਪ ਤੋਂ ਜੇਕਰ ਮੈਂ ਗੱਲ ਕਰਾਂ ਤਾਂ ਇਸ ਵੇਲੇ ਟੌਪ ਤੇ ਭਾਰਤ ਹੈ। ਉਹ ਇਸ ਕਰਕੇ ਨਹੀਂ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਕੇਸ, ਲਗਭਗ ਵੀ 64 ਲੱਖ ਕੇਸ ਉੱਥੇ ਹੋ ਗਿਆ ਤੇ 1,91,000 ਬੰਦਾ ਉੱਥੇ ਹੁਣ ਤੱਕ ਮਰ ਚੁੱਕਿਆ ਤੇ 40-45 ਹਜ਼ਾਰ ਰੋਜ਼ ਦਾ ਉੱਥੇ ਆ ਰਿਹਾ ਹੈ। ਹਾਲਾਤ ਇਸ ਕਰਕੇ ਮੈਂ ਭਾਰਤ ਦੀ ਗੱਲ ਕੀਤੀ ਆ ਜੀ ਕਿ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਤੇਜ਼ੀ ਨਾਲ ਜਦੋਂ 4-5 ਹਜ਼ਾਰ ਤੋਂ ਸ਼ੁਰੂ ਹੋਇਆ ਸੀ, 10-20 ਹਜ਼ਾਰ ਤੇ ਜਦੋਂ ਪਹੁੰਚਿਆ ਸੀ, ਸਾਡੇ ਮੱਥੇ ਤੇ ਲਕੀਰਾਂ ਆ ਗਈਆਂ ਸੀ ਵੀ ਹੋਊਗਾ ਕੀ। ਬਿਲਕੁਲ। ਪਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਭਾਰਤ ਦੇ ਵਿੱਚ ਇਸ ਵੇਲੇ ਕਰੋਨਾ ਦਾ ਇੱਕ ਦਿਨ ਦਾ ਰਿਕਾਰਡ 84,000 ਕੇਸ ਆਇਆ। ਇਹ ਦੁਨੀਆ ਦਾ ਸਭ ਤੋਂ ਵੱਡਾ ਰਿਕਾਰਡ ਹੈ ਜੀ। ਔਰ ਇਸ ਕਰਕੇ ਵੀ ਵੱਡਾ ਹੈ ਕਿ ਜਿਹੜੇ ਦੇਸ਼ ਤੋਂ ਇਹ ਸਾਰਾ ਕੁਝ ਫੈਲਿਆ ਸੀ, ਚਾਈਨਾ ਤੋਂ, ਚਾਈਨਾ ਦੇ ਵਿੱਚ ਬੰਦ ਹੋ ਗਿਆ। ਚਾਈਨਾ 'ਚ ਅੱਜ ਤੱਕ ਟੋਟਲ 84,000 ਕੇਸ ਹੈ, ਜਿਹੜਾ ਭਾਰਤ 'ਚ ਇੱਕ ਦਿਨ 'ਚ ਆ ਗਿਆ ਜੀ। ਬਿਲਕੁਲ। ਹੁਣ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 1,91,000 ਅਮਰੀਕਾ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ, 45-48 ਹਜ਼ਾਰ ਬੰਦਾ ਉੱਥੇ ਕੱਲ੍ਹ ਵੀ ਉੱਥੇ ਬਿਮਾਰੀ ਦਾ ਨਵਾਂ ਸ਼ਿਕਾਰ ਹੋਇਆ। 2 ਨੰਬਰ ਤੇ ਮੁਲਕ ਜਿਸ ਨੂੰ ਆਪਾਂ ਗਿਣਦੇ ਸੀ ਉਹ ਸੀ ਬ੍ਰਾਜ਼ੀਲ ਜੀ। ਬ੍ਰਾਜ਼ੀਲ ਦੇ ਵਿੱਚ 41 ਲੱਖ ਦੇ ਨੇੜੇ ਤੇੜੇ ਗਿਣਤੀ, 40,90,000 ਗਿਣਤੀ ਹੋ ਚੁੱਕੀ ਹੈ। ਔਰ ਜਿਸ ਤਰੀਕੇ ਨਾਲ ਅਰਸ਼ ਜੀ ਮਿੰਟ ਦਰ ਮਿੰਟ ਕੇਸ ਵੱਧ ਰਹੇ ਆ ਤਾਂ 41 ਲੱਖ ਕਹਿ ਦਈਏ ਤਾਂ ਕੋਈ ਅਤਕਥ ਨਹੀਂ ਹੋਊਗੀ। ਬਿਲਕੁਲ। ਔਰ ਜਿਸ ਤਰੀਕੇ ਨਾਲ ਉੱਥੇ 1,25,000 ਮੌਤਾਂ ਹੋ ਗਈਆਂ ਨੇ, ਇਸ ਕਰਕੇ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਭਾਰਤ ਜਿਹੜਾ ਅਸੀਂ ਸਮਝਦੇ ਸੀ ਕਿ ਅਸੀਂ ਤਾਂ ਬਹੁਤ ਜ਼ਿਆਦਾ ਪਹਿਲਾਂ ਪ੍ਰੀਕਾਸ਼ਨ ਲੈ ਲਏ ਸੀ, ਦੁਨੀਆ 'ਚ ਤਾਂ ਇਸ ਕਰਕੇ ਕਰੋਨਾ ਬਹੁਤ ਜ਼ਿਆਦਾ ਫੈਲ ਗਿਆ ਸੀ ਕਿਉਂਕਿ ਚਾਈਨਾ ਤੋਂ, ਵੁਹਾਨ ਤੋਂ ਜਾਂ ਫਿਰ ਵੱਖ-ਵੱਖ ਥਾਵਾਂ ਤੋਂ ਯੂਨਾਈਟਿਡ ਸਟੇਟਸ ਦੇ ਵਿੱਚ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੇ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ 'ਚ ਉੱਥੇ ਸਫ਼ਰ ਕੀਤਾ ਸੀ। ਬਿਲਕੁਲ। ਇਸ ਕਰਕੇ ਆਪਾਂ ਨੂੰ ਪਤਾ ਕਿ ਇਟਲੀ ਦਾ ਹਾਲ ਕੀ ਹੋਇਆ ਸੀ, ਸਪੇਨ ਦਾ ਕੀ ਹੋਇਆ ਸੀ, ਜਾਂ ਅਮਰੀਕਾ ਦੇ ਵਿੱਚ 2-3 ਲੱਖ ਚਾਈਨੀਜ਼ ਚਲਿਆ ਗਿਆ ਸੀ। ਤਾਂ ਉਹਨਾਂ ਨੂੰ ਤਾਂ ਆਪਾਂ ਮੰਨ ਲੈਂਦੇ ਹਾਂ ਕਿ ਉਹ ਪ੍ਰਭਾਵਿਤ ਹੋਏ। ਬਿਲਕੁਲ। ਪਰ ਅਸੀਂ ਤਾਂ ਲਾਕਡਾਊਨ ਬੜੀ ਦੇਰ ਪਹਿਲਾਂ ਕਰਤਾ ਸੀ। ਲਾਕਡਾਊਨ ਕਰਨ ਦਾ ਉਸ ਤੋਂ ਬਾਅਦ 'ਚੋਂ ਇਸ ਤਰ੍ਹਾਂ ਦੀ ਇਹ ਬਿਮਾਰੀ ਫਿਰ ਸਾਡੇ ਵੱਸੋਂ ਬਾਹਰ ਕਿਉਂ ਹੋ ਗਈ ਹੈ?
ਇਸ ਗੱਲ ਤੇ ਸੋਚਣਾ ਲਾਜ਼ਮੀ ਬਣਦਾ। ਬਿਲਕੁਲ ਇਸ ਤੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਜੀ ਹੁਣ ਗੱਲ ਇਹ ਹੈ ਕਿ ਇਸ ਵੇਲੇ ਉਸ ਤੋਂ ਅੱਗੇ ਜੇ ਭਾਰਤ ਦੀ ਆਪਾਂ ਚਰਚਾ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਅੱਜ ਭਾਰਤ ਬ੍ਰਾਜ਼ੀਲ ਤੋਂ ਅੱਗੇ ਨਿਕਲ ਕੇ 2 ਨੰਬਰ ਤੇ ਦੁਨੀਆ 'ਚ ਕੇਸ ਭਾਰਤ ਦੇ ਵਿੱਚ ਹੋ ਜਾਣੇ ਆ। ਔਰ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਹਾਲਾਂਕਿ ਕੁਝ ਗੱਲਾਂ ਇਹ ਕੀਤੀਆਂ ਜਾ ਰਹੀਆਂ ਨੇ ਕਿ ਭਾਰਤ ਦੇ ਵਿੱਚ ਜਿਹੜੀ ਰਿਕਵਰੀ ਰੇਟ ਹੈ ਜਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਹੈ ਜੀ ਵੈਸੇ ਤਾਂ ਬਿਆਨ ਪਹਿਲਾਂ ਆਇਆ ਹੀ ਨਹੀਂ ਕਈ ਦਿਨ ਪਹਿਲਾਂ ਚੱਲਦਾ ਕਰੋਨਾ ਨਾਲ ਲੋਕ ਮਰ ਰਹੇ ਸੀ ਸਹੂਲਤਾਂ ਉਹਨਾਂ ਨੂੰ ਮਿਲ ਨਹੀਂ ਸੀ ਰਹੀਆਂ ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦਾਣੇ ਚੁਗਾ ਰਿਹਾ ਸੀ ਤੇ ਕਦੇ ਮੋਰਾਂ ਨੂੰ ਦਾਣੇ ਪਾ ਰਿਹਾ ਹੈ ਕਦੇ ਆਪ ਮੋਰਾਂ ਕੋਲ ਬੈਠਾ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਦੁਖੀ ਲੋਕ ਨੇ ਉਹ ਵਿਚਲਿਤ ਹੁੰਦੇ ਆ ਜੀ ਬਿਲਕੁਲ ਹੁਣ ਜਿੱਦਾਂ ਇਸ ਮੁਲਕ ਦੀ ਗੱਲ ਜੇ ਆਪਾਂ ਕੈਨੇਡਾ ਦੀ ਜਿਵੇਂ ਤੁਸੀਂ ਚਰਚਾ ਕੀਤੀ ਹੈ ਕੈਨੇਡਾ ਦੇ ਵਿੱਚ ਵੀ ਸਥਿਤੀ ਕੋਈ ਬਹੁਤੀ ਹੁਣ ਚੰਗੀ ਨਹੀਂ ਰਹੀ ਇਸ ਦੀ ਆਬਾਦੀ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ 1.25 ਲੱਖ ਦੇ ਨੇੜੇ ਇੱਥੇ ਗਿਣਤੀ ਪਹੁੰਚ ਗਈ ਔਰ 9100 ਦੇ ਕਰੀਬ ਲੋਕਾਂ ਦੀ ਮੌਤ ਅਜਾਇਜ਼ ਤੌਰ ਤੇ ਇਹਦੇ ਵਿੱਚ ਚਲੀ ਗਈ ਹੈ ਔਰ 650 ਕੇਸ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਉਣਾ ਜਿਸ ਦੀ ਆਬਾਦੀ ਬਹੁਤ ਘੱਟ ਹੈ ਇਹ ਵੀ ਚਿੰਤਾ ਦਾ ਵਿਸ਼ਾ ਔਰ ਠੰਡੇ ਮੁਲਕ ਨੇ ਆਉਂਦੇ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਭਿਆਨਕ ਹੋ ਸਕਦਾ ਹੁਣ ਜੇ ਕੁੱਲ ਮਿਲਾ ਕੇ ਆਪਾਂ ਭਾਰਤ ਵੱਲ ਨੂੰ ਆਉਂਦੇ ਹਾਂ ਹੁਣ ਸਾਰੀ ਦੁਨੀਆ ਦਾ ਕੈਨਵਸ ਦੇਖ ਕੇ ਵਿੱਚ ਤਾਂ ਆਪਾਂ ਟੈਲੀ ਚੋਂ ਬਾਹਰ ਨਿਕਲਦੇ ਹਾਂ ਜੀ ਤਾਂ ਭਾਰਤ ਦੇ ਵਿੱਚ ਸਥਿਤੀ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੀਆਂ ਦੇ ਵਿੱਚ ਕੋਈ ਮਹਾਰਾਸ਼ਟਰ ਹੋਇਆ ਤਾਮਿਲਨਾਡੂ ਹੋਇਆ ਗੁਜਰਾਤ ਹੋਇਆ ਯੂਪੀ ਹੋਇਆ ਔਰ ਜਿਹੜੀਆਂ ਫਿਰ ਸਾਡੀਆਂ ਦੂਸਰੀਆਂ ਸਟੇਟਸ ਨੇ ਦਿੱਲੀ ਹੋਇਆ ਉਹਨਾਂ ਦੀ ਬਹੁਤ ਬੁਰੀ ਹਾਲ ਹੈ ਜੀ ਔਰ ਉਸ ਮਾਮਲੇ 'ਚ ਦੇਸ਼ ਨੇ ਭਾਵੇਂ ਕਿ ਇਹ ਗੱਲਾਂ ਕੀਤੀਆਂ ਗਈਆਂ ਕਿ ਸਾਡੀ ਸੀਰਮ ਇੰਸਟੀਚਿਊਟ ਉੱਥੇ ਆਕਸਫੋਰਡ ਦੇ ਨਾਲ ਰਲ ਕੇ ਇਸ ਦਾ ਹੱਲ ਕੱਢਣ ਵਾਸਤੇ ਲਗਾਤਾਰ ਲੱਗੀ ਹੋਈ ਹੈ ਪਰ ਪਹਿਲਾਂ ਜਿਹੜੇ ਹਾਲਾਤ ਜੇ ਬਣੇ ਸੀ ਹੁਣ ਲੱਗਦਾ ਕਿ ਸ਼ਾਇਦ ਲੇਟ ਹੋ ਜੇ ਜੀ ਹਾਲਾਂਕਿ ਦੂਜੇ ਪਾਸੇ ਅਮਰੀਕਾ ਦੀਆਂ ਚੋਣਾਂ 3 ਨਵੰਬਰ ਨੂੰ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਟਰਪਲ ਮਾਰ ਵੀ ਦਿੱਤਾ ਹੈ ਕਿ 1 ਤਰੀਕ ਨੂੰ ਅਸੀਂ ਇੰਜੈਕਸ਼ਨ ਆਜ਼ਾਦ ਕਰ ਲੈਣਾ ਹੈ ਕਿਤੇ ਤਾਂ ਸਾਰੀ ਦੁਨੀਆ ਉਡੀਕਦੀ ਸੀ ਕਿ ਇਸ ਤਰ੍ਹਾਂ ਦਾ ਇੰਜੈਕਸ਼ਨ ਆਵੇ ਕੋਈ ਨਾ ਕੋਈ ਵੈਕਸੀਨ ਆਵੇ ਜਿਹਦੇ ਨਾਲ ਲੋਕਾਂ ਦਾ ਭਲਾ ਹੋ ਜੇ ਜੀ ਪਰ ਜਿਸ ਤਰੀਕੇ ਨਾਲ ਅਰਸ਼ੀ ਤੇ ਸਿਆਸਤ ਹੋਈ ਹੈ ਜਿਸ ਤਰੀਕੇ ਨਾਲ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੈ ਬਿਲਕੁਲ ਲੋਕਾਂ ਦੇ ਮਨਾਂ 'ਚ ਡਰ ਬਹਿ ਗਿਆ ਕਿ ਜਿਹੜਾ ਇੰਜੈਕਸ਼ਨ ਬਣਾਉਣ ਲੱਗੇ ਨੇ ਇਹ ਪੂਰਨ ਰੂਪ ਵਿੱਚ ਐਕਸਪੈਰੀਮੈਂਟ ਕਰ ਲਿਆ ਕਿ ਉਹੀ ਤਾਂ ਨਹੀਂ ਲੋਕਾਂ ਦੀਆਂ ਜਾਨਾਂ ਮਾਰ ਕੇ ਖੌਫ ਪੈਦਾ ਕਰ ਦੇਣਗੇ ਚੋਣਾਂ ਦੇ ਪਿੱਛੇ ਸਹੀ ਹੈ ਸੋ ਇਸ ਕਰਕੇ ਚਾਹੇ ਵੈਕਸੀਨ ਦਾ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਨਵੰਬਰ 'ਚ ਲਿਆਵਾਂਗੇ ਪਰ ਨਵੰਬਰ ਕਹਣਾ ਦਿੱਲੀ ਅਜੇ ਬਹੁਤ ਦੂਰ ਹੈ ਜੀ ਹੁਣ ਸਤੰਬਰ ਸ਼ੁਰੂ ਹੋਇਆ ਸਤੰਬਰ ਤੇ ਅਕਤੂਬਰ 2 ਮਹੀਨੇ ਨੇ ਇਸ ਦੇ ਵਿੱਚ ਕੀ ਕਹਾਣ ਦੁਨੀਆ ਦਾ ਹੋ ਸਕਦਾ ਆਪਾਂ ਅੰਦਾਜ਼ਾ ਲਾ ਸਕਦੇ ਬਿਲਕੁਲ ਵੀ ਨਹੀਂ ਔਰ ਭਾਰਤ ਦੇ ਵਿੱਚ ਭਾਰਤ ਦੀਆਂ ਸਟੇਟਾਂ ਚੋਂ ਜਾ ਕੇ ਜਿਸ ਤਰੀਕੇ ਨਾਲ ਸਾਡੀਆਂ ਕੇਂਦਰ ਸਰਕਾਰ ਨੇ ਇਸ ਦੇ ਵਿੱਚ ਕੱਲੀਆਂ ਥਾਲੀਆਂ ਖੜਕਾਤੀਆਂ ਮੋਮਬੱਤੀਆਂ ਜਗਾਤੀਆਂ ਬੰਬ ਜਗਾਤੇ ਕਈਆਂ ਨੇ ਗੋਹੇ ਮੂੰਹ ਤੇ ਮੜ ਲਏ ਕਈਆਂ ਨੇ ਗਾਵਾਂ ਦੀਆਂ ਸੇਵਾਵਾਂ ਕਰ ਲੀਆਂ ਇਹ ਸਾਰੇ ਡਰਾਮੇਬਾਜ਼ੀ ਚੋਂ ਜੇ ਬਾਹਰ ਨਿਕਲ ਕੇ ਸੰਜੀਦਗੀ ਦੇ ਨਾਲ ਗੱਲ ਕਰਨ ਦੀ ਲੋੜ ਸੀ ਉੱਥੇ ਗਰਾਊਂਡ ਲੈਵਲ ਤੇ ਲੋਕਾਂ ਦਾ ਜੋ ਹਾਲ ਹੋਇਆ ਆਪਾਂ ਸਾਰੇ ਜਾਣਦੇ ਆ ਬਿਲਕੁਲ ਔਰ ਸਾਰੇ ਨੂੰ ਛੱਡ ਕੇ ਜੇਕਰ ਆਪਾਂ ਪੰਜਾਬ ਵੱਲ ਨੂੰ ਆਉਨੇ ਆ ਤਾਂ ਪੰਜਾਬ ਦੇ ਵਿੱਚ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਮੈਨੂੰ ਨਜ਼ਰ ਆਉਂਦਾ ਜੀ ਹਾਲਾਂਕਿ ਕੇਸ ਤਾਂ ਬਾਕੀ ਸਟੇਟਾਂ ਦੀ ਬਜਾਏ ਭਾਰਤ 'ਚ ਜੇ ਸਟੇਟਾਂ 'ਚ ਵੱਧ ਰਹੇ ਆ ਕੇਸ ਪੰਜਾਬ 'ਚ ਵੀ ਵੱਧ ਰਹੇ ਪਰ ਉਨੇ ਨਹੀਂ ਵੱਧ ਰਹੇ ਪਰ ਮੌਤਾਂ ਦੀ ਗਿਣਤੀ ਬਾਕੀ ਭਾਰਤ ਨਾਲੋਂ ਪੰਜਾਬ 'ਚ ਜ਼ਿਆਦਾ ਹੈ ਜਦ ਕਿ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀਆਂ ਦਾ ਇਮਿਊਨ ਸਿਸਟਮ ਬੜਾ ਸਟਰੋਂਗ ਹੁੰਦਾ ਸਹੀ ਹੈ ਕਿਉਂਕਿ ਤਕੜੇ ਮੰਨੇ ਜਾਂਦੇ ਆ ਦੂਜਿਆਂ ਨਾਲੋਂ ਪਰ ਜਿਸ ਤਰੀਕੇ ਨਾਲ ਮੌਤਾਂ ਦੀ 0.2.467 ਵੱਧ ਗਈ ਹੈ ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਇਸ ਤੋਂ ਅੱਗੇ ਇਹਦਾ ਜੇਕਰ ਆਪਾਂ ਘੋਖ ਦੇਖਦੇ ਹਾਂ ਤਾਂ ਪੰਜਾਬ ਸਰਕਾਰ ਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ ਪੰਜਾਬ ਸਰਕਾਰ ਭਾਵੇਂ ਟੀਵੀ ਤੇ ਬੈਠ ਕੇ ਸੋਹਣੀ ਪੱਗ ਬੰਨ੍ਹ ਕੇ ਮੁੱਖ ਮੰਤਰੀ ਐਲਾਨ ਕਰ ਦਿੰਦਾ ਕਿ ਮੈਂ ਸਖਤੀ ਕਰ ਦੇਣੀ ਹੈ ਮੈਂ ਬੰਦਾ ਛੱਡਣਾ ਕੋਈ ਨਹੀਂ ਪਰ ਉਹਨਾਂ ਸਾਰੀਆਂ ਚੀਜ਼ਾਂ 'ਚ ਲੋਕਾਂ ਦੇ ਵਿਸ਼ਵਾਸ ਨਹੀਂ ਬਣ ਰਿਹਾ ਸਹੀ ਹੈ ਗਰਾਊਂਡ ਲੈਵਲ ਤੇ ਲੋਕਾਂ ਦਾ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਪਿੰਡਾਂ 'ਚ ਮਤੇ ਪੈਣ ਲੱਗੇ ਪਿੰਡਾਂ 'ਚ ਅਫਵਾਹਾਂ ਬਹੁਤ ਫੈਲ ਗਈਆਂ ਪਿੰਡਾਂ 'ਚ ਇਹ ਗੱਲ ਹੋ ਗਈ ਕਿ ਜਿਹੜਾ ਇੱਕ ਵਾਰੀ ਕਰੋਨਾ ਦਾ ਮਰੀਜ਼ ਬਣ ਗਿਆ ਜਿਹਨੂੰ ਕੋਈ ਸਰਕਾਰ ਦੀ ਗੱਡੀ ਚੱਕ ਕੇ ਲੈ ਗਈ ਵੀ ਉਹ ਤਾਂ ਸੁੱਕਾ ਮੁੜਦਾ ਨਹੀਂ ਉਹ ਤਾਂ ਕੱਪੜੇ 'ਚ ਲਪੇਟ ਕੇ ਭੇਜਣਗੇ ਇਸ ਡਰ ਦੇ ਚੱਲਦਿਆਂ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਪਾਤੇ ਕਿ ਕੋਈ ਵੀ ਸਿਹਤ ਅਧਿਕਾਰੀ ਜਾਂ ਪੁਲਿਸ ਵਾਲਾ ਸਾਡੇ ਪਿੰਡ 'ਚ ਵੜਿਆ ਤਾਂ ਉਹਦੇ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਔਰ ਪਿੰਡਾਂ ਦੀਆਂ ਖਬਰਾਂ ਆ ਰਹੀਆਂ ਨੇ ਲੋਕਾਂ ਨੇ ਪੱਥਰਬਾਜ਼ੀਆਂ ਕੀਤੀਆਂ ਪੁਲਿਸ ਤੇ ਹਮਲੇ ਕੀਤੇ ਇਹ ਤਾਂ ਨਵਾਂ ਝੰਡੜ ਸਾਡੇ ਵਾਸਤੇ ਪੈਦਾ ਹੋ ਗਿਆ ਇਹਦਾ ਕਾਰਨ ਇਹ ਹੈ ਇਸੇ ਕਰਕੇ ਸਾਡੀ ਮੌਤ ਦਰ ਜ਼ਿਆਦਾ ਵੱਧ ਰਹੀ ਹੈ
ਕਿ ਪਿੰਡਾਂ ਦੇ ਵਿੱਚ ਅਫਵਾਹਾਂ ਫੈਲਣ ਕਰਕੇ ਲੋਕਾਂ ਨੇ ਟੈਸਟ ਕਰਾਏ ਨਹੀਂ, ਟੈਸਟ ਕਰਾਉਣ ਕਰਕੇ ਸਥਿਤੀ ਵਿਗੜ ਗਈ। ਇਸ ਕਰਕੇ ਸਾਡੀ ਮੌਤ ਦਰ ਬਹੁਤ ਜ਼ਿਆਦਾ ਵਧੀ ਹੋਈ ਹੈ। ਸਰਕਾਰ ਗੱਲਾਂ ਹਵਾਈ ਗੱਲਾਂ ਤਾਂ ਬਹੁਤ ਕਰ ਰਹੀ ਹੈ, ਪਰ ਗਰਾਊਂਡ ਲੈਵਲ ਤੇ ਕਰੋਨਾ ਦੇ ਮਾਮਲੇ 'ਚ ਅਰਸ਼ ਜੀ ਸਾਡੇ ਉੱਥੇ ਕੋਈ ਬਹੁਤੇ ਪ੍ਰਬੰਧ ਨਾ ਹਸਪਤਾਲਾਂ ਦੇ ਵਿੱਚ ਨਾ ਬਾਕੀ ਥਾਵਾਂ ਦੇ ਵਿੱਚ ਹੋ ਨਹੀਂ ਰਹੇ। ਇਸ ਕਰਕੇ ਸਰਕਾਰ ਤੇ ਉਂਗਲ ਪੁੱਟਣੀ ਬੜੀ ਲਾਜ਼ਮੀ ਨਜ਼ਰ। ਲੋਕ ਡਰਦੇ ਬਹੁਤ ਹੈ, ਉਹ ਕਹਿੰਦੇ ਹੀ ਨਹੀਂ ਕਿ ਸਾਨੂੰ ਕਰੋਨਾ ਹੋਇਆ। ਜੇ ਉਹਨਾਂ ਨੂੰ ਸਿੰਪਟਮ ਹੁੰਦੇ ਉਹ ਘਰ ਦੇ ਵਿੱਚ ਬਹਿ ਜਾਂਦੇ, ਡਾਕਟਰ ਕੋਲ ਵੀ ਨਹੀਂ ਜਾਂਦੇ ਕਿ ਸਾਨੂੰ ਉਦਾਂ ਹੀ ਫੜ ਲੈਣਾ ਇਹਨਾਂ ਨੇ ਕਿ ਸਾਨੂੰ ਕਰੋਨਾ ਹੋਇਆ। ਜਿਵੇਂ ਤੁਸੀਂ ਗੱਲ ਕੀਤੀ ਪਿੰਡਾਂ ਦੇ ਵਿੱਚ ਜੇ ਕੋਈ ਆਉਂਦੇ ਆ ਹੈਲਥ ਆਫੀਸ਼ੀਅਲਸ ਆਉਂਦੇ ਆ, ਚਾਹੇ ਉਹ ਪੁਲਿਸ ਆਉਂਦੀ ਹੈ, ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਹੈਗੇ ਆ। ਜੇ ਕੋਈ ਨਹੀਂ ਵੀ ਆਉਂਦਾ, ਜੇ ਉਹਨਾਂ ਨੂੰ ਸਿੰਪਟਮ ਲੱਗਦੇ ਆ ਤੇ ਘਰਾਂ ਦੇ ਵਿੱਚ ਬੈਠੇ ਆ ਕਿ ਸਾਨੂੰ ਕੋਈ ਇਹ ਨਾ ਕਹਿ ਦੇਣ ਕਿ ਕਰੋਨਾ ਆਇਆ। ਇਸ ਤੋਂ ਅੱਗੇ ਵੀ ਜਿਹੜੀ ਹੋਰ ਸਥਿਤੀ ਖਰਾਬ ਹੋਈ ਸਾਡੇ ਸਮਾਜ, ਮੈਂ ਤੁਹਾਨੂੰ ਦੱਸਿਆ ਕਿ ਕੱਪੜੇ ਲੀੜੇ ਪਾਉਣ 'ਚ ਤਾਂ ਐਡਵਾਂਸ ਹੋ ਗਏ, ਪਰ ਦਿਮਾਗੀ ਤੌਰ ਤੇ ਐਡਵਾਂਸ ਨਹੀਂ ਹੋਇਆ। ਇੱਕ ਪਾਸੇ ਤਾਂ ਸਾਡੇ ਕੁਦਰਤ ਦੀ ਕਰੋਪੀ ਅਰਸ਼ ਜੀ ਕਿ ਸਾਡੇ ਤੇ ਇਹ ਬਿਮਾਰੀ ਨੇ ਸਾਨੂੰ ਘੇਰਿਆ ਹੋਇਆ ਹੈ। ਦੂਜੇ ਪਾਸੇ ਸਾਡੇ ਸਮਾਜਿਕ ਛੋਟੀ ਸੋਚ ਹੈ ਜਿਹੜੀ, ਜਦੋਂ ਕਿਸੇ ਨੂੰ ਕੋਈ ਬਿਮਾਰੀ ਹੋ ਗਈ, ਸਰਕਾਰ ਉਹਨਾਂ ਦੇ ਘਰ ਤੇ ਇੱਕ ਬੋਰਡ ਲਾਉਂਦੀ ਸੀ ਵੀ ਕੁਆਰੰਟਾਈਨ ਵਾਲਾ ਹਾਊਸ ਹੈ, ਵੀ ਇਹਨਾਂ ਦੇ ਵਿੱਚ ਤੁਸੀਂ ਜਾਣਾ ਨਹੀਂ। ਤਾਂ ਉੱਥੇ ਤਾਂ ਲੋਕਾਂ ਨੂੰ, ਜਿਹਦੇ ਕਿ ਮੰਨ ਲਓ ਵੀ ਕਿਸੇ ਸਾਡੇ ਪਰਿਵਾਰ ਦੇ ਨੂੰ ਹੋਇਆ ਤਾਂ ਤੁਰੇ ਜਾਂਦੇ ਨੇ, ਆ ਜਾਂਦਾ ਕਰੋਨਾ ਵਾਲਾ, ਇਹਨਾਂ ਦੇ ਘਰੇ ਹੋਇਆ ਕਰੋਨਾ। ਮਤਲਬ ਉਸ ਨੂੰ ਬੰਦੇ ਨੂੰ ਜਿਵੇਂ ਉਹ ਪੰਗ ਹੁੰਦਾ ਹੈ ਜਾਂ ਅਪਾਹਜ ਹੁੰਦਾ ਹੈ, ਉਹਨੂੰ ਇਸ ਤਰ੍ਹਾਂ ਦੇ ਲੋਕਾਂ ਨੇ ਤਾਨੇ ਮਾਰਨੇ ਸ਼ੁਰੂ ਕਰਤੇ। ਲੋਕਾਂ ਨੂੰ ਉਹ 'ਚ ਹੀਣ ਭਾਵਨਾ ਆ ਗਈ। ਫਿਰ ਉਹਦਾ ਪ੍ਰੋਟੈਸਟ ਹੋਇਆ। ਆਖਰ ਕੱਲ ਪੰਜਾਬ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕਿ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਬੰਦੇ ਪੀੜਤ ਹੈਗੇ, ਘੱਟੋ ਘੱਟ ਉਹਨਾਂ ਦੇ ਘਰਾਂ ਤੇ ਬੋਰਡ ਨਾ ਲਾਇਆ ਜਾਵੇ, ਤਾਂ ਜੋ ਸਮਾਜ ਨੂੰ ਇੱਥੇ ਸਮਝਾਵਾਂਗੇ ਕਿ ਜੇ ਇੱਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਜੇ ਵਿਹੜਾ ਹੀ ਹੋਵੇ ਕਮਲਾ ਫਿਰ ਸਮਝਾਵੇ ਕਿਹੜਾ। ਸਾਡਾ ਤਾਂ ਸਾਰੇ ਵਿਹੜਾ ਕਮਲਾ ਹੈ। ਸਦਾਈ ਨੇ ਝੱਟ ਅਫਵਾਹਾਂ 'ਚ ਵਿਸ਼ਵਾਸ ਕਰ ਲੈਂਦੇ ਆ। ਸੋ ਇਸ ਕਰਕੇ ਇੱਕ ਤਾਂ ਬਿਮਾਰੀ ਮਾਰ ਕਰ ਰਹੀ ਹੈ, ਇੱਕ ਅਸੀਂ ਦਿਮਾਗੀ ਤੌਰ ਤੇ ਵੀ ਇੱਕ ਦੂਸਰੇ ਨੂੰ ਪਰੇਸ਼ਾਨ। ਬਹੁਤੇ ਲੋਕ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ, ਅੱਗੇ ਆਉਂਦੇ ਨੇ, ਪਰ ਹੁਣ ਜਿਹੜਾ ਕਰੋਨਾ ਤੋਂ ਪੀੜਿਤ ਹੈ, ਕੁਆਰੰਟਾਈਨ ਦੇ ਵਿੱਚ ਹੈ, ਉਹਨਾਂ ਨੇ ਪਹਿਲਾਂ ਆਪਣੀਆਂ ਡੇਲੀ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਉਹ ਕਿਵੇਂ ਲੈ ਕੇ ਆਉਣੀਆਂ। ਜੇ ਬਾਹਰ ਨਿਕਲਣਗੇ ਤਾਂ ਲੋਕਾਂ ਨੇ ਨਹੀਂ ਛੱਡਣਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਇੱਕ ਹੋਰ ਜਿਹੜੀ ਖਬਰ ਇਸ ਹਫ਼ਤੇ ਜਿਹੜੀ ਸਾਹਮਣੇ ਆਈ ਸੀ, ਅਮਰੀਕ ਸੁਖਦੇਵ ਦਾ ਢਾਬਾ ਹਰ ਕੋਈ ਜਾਣਦਾ ਉੱਥੇ। ਜਦੋਂ ਵੀ ਕੋਈ ਦਿੱਲੀ ਤੋਂ ਪੰਜਾਬ ਨੂੰ ਜਾਂਦਾ ਹੈ ਜਾਂ ਪੰਜਾਬ ਤੋਂ ਕੋਈ ਦਿੱਲੀ ਨੂੰ ਜਾਂਦਾ ਹੈਗਾ, ਉੱਥੇ ਬਹੁਤੇ ਲੋਕ, ਮੈਜੋਰਿਟੀ ਲੋਕ ਉੱਥੇ ਜਾ ਕੇ ਰੁਕਦੇ ਨੇ। ਉੱਥੇ ਵੀ ਕਰੋਨਾ ਵਾਇਰਸ ਦੇ ਜਿਹੜੇ ਉੱਥੇ ਕੰਮ ਕਰਦੇ ਸੀ 60 ਤੋਂ ਉੱਤੇ ਲੋਕ ਜਿਹੜੇ ਨੇ, ਉਹ ਲੋਕਾਂ ਨੂੰ ਕਰੋਨਾ ਵਾਇਰਸ ਹੋਇਆ। ਹੁਣ ਪਿਛਲੇ ਹਫ਼ਤਿਆਂ ਦੀ ਗੱਲ ਕਰੀਏ ਤਾਂ 10,000 ਤੋਂ ਉੱਤੇ ਲੋਕਾਂ ਨੇ ਉੱਥੇ ਖਾਣਾ ਖਾਧਾ ਆ। ਹੁਣ ਉਹਨਾਂ ਨੂੰ ਲੱਭਣਾ ਕਿਵੇਂ ਆ? ਉਹਨਾਂ ਚੋਂ ਕੌਣ-ਕੌਣ ਕੈਨੇਡਾ ਵੱਲ ਨੂੰ ਆਇਆ ਆ, ਕੌਣ-ਕੌਣ ਵਾਪਸ ਆਪਦੇ ਘਰਾਂ ਨੂੰ ਗਿਆ ਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੀ ਜਿਹੜੀ ਇੱਕ ਚਿੰਤਾਜਨਕ ਸਥਿਤੀ ਪੈਦਾ ਕਰਦੀਆਂ ਨੇ ਵੀ ਕੀ ਹੋਣਾ ਆ ਉਹਨਾਂ ਦਾ, ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਹੋਣਗੇ। ਕਿਉਂਕਿ ਮਾਸਕ ਪਾਉਣੇ ਲਾਜ਼ਮੀ ਤਾਂ ਹੈਗੇ ਨੇ, ਪਰ ਅਸੀਂ ਉਦੋਂ ਮਾਸਕ ਪਾਉਂਦੇ ਆ ਜਦੋਂ ਅਸੀਂ ਸਾਹਮਣੇ ਦੇਖਦੇ ਆ ਕਿ ਕੋਈ ਸਾਨੂੰ ਦੇਖ ਰਿਹਾ ਹੈਗਾ। ਜਦੋਂ ਕੋਈ ਨਹੀਂ ਦੇਖ ਰਿਹਾ ਤਾਂ ਅਸੀਂ ਮਾਸਕ ਪਾਉਣਾ ਉੱਥੇ ਛੱਡ ਦਿੰਦੇ ਆ। ਅਸੀਂ ਤਾਂ ਕਿਸੇ ਕਰਕੇ ਪਾਉਂਦੇ ਆ ਮਾਸਕ, ਆਪਦੇ ਕਰਕੇ ਤਾਂ ਪਾਉਂਦੇ ਨਹੀਂ। ਜਿੱਥੇ ਵੀ ਭੂਤ ਮੂਹਰੇ ਡਰ ਮੂਹਰੇ ਭੂਤ ਨੱਚਣ ਵਾਲੀ ਗੱਲ ਹੈ। ਜੇ ਕਿਤੇ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਸਖਤੀ ਕੀਤੀ ਹੈ ਤਾਂ ਅਸੀਂ ਮਾਸਕ ਪਾ ਲਾਂਗੇ, ਨਹੀਂ ਤਾਂ ਅਸੀਂ ਤਾਂ ਉਹ ਤੋਂ ਵੀ ਚੱਲਦੇ ਹਾਂ। ਸਾਡੇ ਤਾਂ ਹਾਲਾਤ ਇਦਾਂ ਦੇ ਬਣੇ ਹੋਏ ਆ। ਨਾਲ ਨਾਲ ਅਸੀਂ ਵੈਕਸੀਨ ਦੀ ਗੱਲ ਕਰ ਰਹੇ ਹਾਂ। ਵੈਕਸੀਨ ਜਿਵੇਂ ਤੁਸੀਂ ਦੱਸਿਆ ਕਿ ਅਮਰੀਕਾ ਤੀਜੇ ਫੇਜ਼ ਦੇ ਵਿੱਚ ਹੈਗਾ ਆ। ਕੈਨੇਡਾ ਨੇ ਵੀ ਸਾਈਨ ਕੀਤੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਨਾਲ ਪਹਿਲਾਂ ਨੋਵਾਵੈਕਸ ਨੂੰ ਲੈ ਕੇ, ਹੁਣ ਜਿਹੜੀਆਂ ਰੀਸੈਂਟਲੀ ਸਾਈਨ ਹੋਏ ਨੇ ਡੀਲਸ ਸਾਈਨ ਹੋਈਆਂ ਨੇ ਨੋਵਾਵੈਕਸ ਦੇ ਨਾਲ ਜੌਨਸਨ ਐਂਡ ਜੌਨਸਨ ਦੇ ਨਾਲ, ਜੋ ਕੈਨੇਡਾ ਨੇ ਜੋ ਕੀਤਾ ਹੈਗਾ ਕੰਟਰੈਕਟ, ਨਾਲ ਫਾਈਜ਼ਰ ਦੇ ਨਾਲ ਤੇ ਮੋਡਰਨਾ ਦੇ ਨਾਲ ਪਹਿਲਾਂ ਹੀ ਸਾਈਨ ਕੀਤੇ ਹੋਏ ਨੇ। ਤੇ ਪਰ ਹੁਣ ਕੈਨੇਡਾ ਵਾਲਿਆਂ ਨੂੰ ਇਹ ਕਿਹਾ ਜਾ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਡਰ ਵੀ ਹੈਗਾ ਆ ਵੈਕਸੀਨ ਕਿਤੇ ਇਦਾਂ ਹੀ ਨਾ ਦੇ ਦੇਣ, ਪਰ ਕੈਨੇਡਾ ਨੇ ਕਿਹਾ ਆ, ਪਹਿਲੀ ਸ਼ਰਤ ਇਹ ਰੱਖੀ ਹੈ ਕਿ ਜੇ ਹੈਲਥ ਕੈਨੇਡਾ ਮਨਜ਼ੂਰ ਕਰਦਾ ਆ ਤਾਂ ਅਸੀਂ ਵੈਕਸੀਨ ਜਿਹੜੀ ਹੈ ਕੈਨੇਡਾ ਵਾਸੀਆਂ ਨੂੰ ਦੇਣੀ ਆ, ਅਦਰਵਾਈਜ਼ ਅਸੀਂ ਉਹ ਵੈਕਸੀਨ ਨਹੀਂ ਦੇਣੀ। ਭਾਵੇਂ ਕਿ ਅਸੀਂ ਉਹਨਾਂ ਨੂੰ ਡਾਊਨ ਪੇਮੈਂਟ ਆਲਰੇਡੀ ਦੇ ਚੁੱਕੇ ਆ, ਅਸੀਂ ਦੇ ਚੁੱਕੇ ਆ ਉਹਨਾਂ ਨੂੰ ਪੈਸੇ ਕਿ ਉਹਨਾਂ ਦੇ ਨਾਲ ਅਸੀਂ ਜਦੋਂ ਵੀ ਵੈਕਸੀਨ ਆਉਂਦੀ ਹੈ ਤਾਂ ਉਹ ਆਪਣੇ ਦੇਸ਼ ਨੂੰ ਤਾਂ ਦੇਣਗੇ, ਸਾਡੇ ਦੇਸ਼ ਨੂੰ ਵੀ ਉਹ ਸਪਲਾਈ ਕਰਨਗੇ, ਪਰ ਹੈਲਥ ਕੈਨੇਡਾ ਦੀ ਮਨਜ਼ੂਰੀ ਲਾਜ਼ਮੀ ਹੈ। ਜਿਵੇਂ ਹੁਣ ਰਸ਼ੀਆ ਨੇ ਕੀਤਾ ਸੀ ਕਿ ਉਹਨਾਂ ਨੇ ਕਿਹਾ ਮੈਂ ਆਪਣੀ ਬੇਟੀ ਨੂੰ ਵੀ ਵੈਕਸੀਨ ਦੇ ਦਿੱਤਾ ਆ, ਪਰ ਉਸ ਤੋਂ ਬਾਅਦ ਉਸ ਵੈਕਸੀਨ ਦੀ ਕਿਤੇ ਗੱਲ ਹੀ ਨਹੀਂ ਹੋਈ ਹੈਗੀ। ਹੁਣ ਅਮਰੀਕਾ ਦੇ ਵਿੱਚ ਐਸਟਰਾਜੈਨੇਕਾ ਦੇ ਨਾਲ 3rd ਫੇਜ਼ ਦੇ ਉੱਤੇ ਚਲੇ ਗਏ ਆ। ਹੁਣ 1 ਤਰੀਕ ਨੂੰ ਡੋਨਲਡ ਟਰੰਪ ਨੂੰ ਵੀ ਦੇਖਣਾ ਬਣਦਾ ਹੈਗਾ ਹੁਣ ਕੀ ਕਰਨਾ ਹੈਗਾ ਹੈ, ਕਿਉਂਕਿ ਬਹੁਤ ਕੁਝ ਉਹਨਾਂ ਦੇ ਵੱਲੋਂ ਵੀ ਸਾਹਮਣੇ ਆ ਰਿਹਾ। ਕੋਈ ਨਹੀਂ ਪਤਾ ਕਦੋਂ ਕਹਿ ਦੇਣ ਕਿ ਡੋਨਲਡ ਟਰੰਪ ਦੇ ਰਾਜ ਦੇ ਵਿੱਚ ਇਹ ਕਰੋਨਾ ਵਾਇਰਸ ਦੀ ਦਵਾਈ ਜਿਹੜੀ ਆ ਉਹ ਸਾਰਿਆਂ ਨੂੰ ਦਿੱਤੀ ਗਈ ਹੈ, ਸਾਰਿਆਂ ਨੂੰ ਬਚਾ ਲਿਆ ਗਿਆ। ਹੁਣ ਹੋਰ ਹਰਪ੍ਰੀਤ ਜੀ, ਜਿਵੇਂ ਗੱਲਾਂ ਸਾਹਮਣੇ ਆਉਂਦੀਆਂ ਨੇ ਉਹਦੇ ਨਾਲ ਇਕਨੋਮੀ ਬਹੁਤ ਜ਼ਿਆਦਾ ਇਫੈਕਟ ਹੋਈ ਹੈ। ਕੈਨੇਡਾ ਦੀ ਇਕਨੋਮੀ ਦੀ ਗੱਲ ਕਰੀਏ ਤਾਂ 38.7 ਜਿਹੜੀ GDP ਹੈਗੀ ਆ % ਉਹ ਘਟ ਗਈ ਹੈ। 2009 ਤੁਹਾਨੂੰ ਯਾਦ ਹੋਣਾ, 2009 ਦੇ ਵਿੱਚ ਕੈਨੇਡਾ ਰਿਸੈਸ਼ਨ ਆਇਆ ਸੀ। ਉਦੋਂ ਵੀ ਬਹੁਤ ਚੀਜ਼ਾਂ ਇਫੈਕਟ ਹੋਈਆਂ ਸੀ। ਉਦੋਂ ਸਿਰਫ
ਬਹੁਤ ਜਿਹੜੀ ਜੀਡੀਪੀ ਹੈਗੀ ਆ ਉਹ 4-5% ਜਿਹੜੀ ਹੈਗੀ ਆ ਉਹ ਘਟੀ ਸੀਗੀ, ਪਰ ਹੁਣ ਜਿਹੜੀ ਆ ਇੰਨੀ ਜ਼ਿਆਦਾ ਪਰਸੈਂਟੇਜ ਸਿਰਫ ਕੈਨੇਡਾ ਦੀ ਨਹੀਂ, ਹਰ ਮੁਲਕ ਦੀ ਜੀਡੀਪੀ ਘਟੀ ਹੈਗੀ ਆ। ਪਰ ਚਾਈਨਾ ਦੀ ਅਸੀਂ ਗੱਲ ਕਰੀਏ, ਚਾਈਨਾ ਦੇ ਵਿੱਚ ਵਧੀ ਹੈ 3-4% ਜਿਹੜੀ ਜੀਡੀਪੀ ਉਹਨਾਂ ਦੀ ਜਿਹੜੀ ਵੱਧ ਗਈ ਆ। ਹੁਣ ਅਸੀਂ ਭਾਰਤ ਤੇ ਆ ਜਾਈਏ, ਭਾਰਤ ਦੀ ਜੀਡੀਪੀ ਵੀ 23% ਜਿਹੜੀ ਆ ਉਹ ਗਿਰਾਵਟ ਦੇ ਵਿੱਚ ਹੈਗੀ ਆ। ਪਹਿਲੀ ਵਾਰ ਭਾਰਤ ਦੇ ਵਿੱਚ ਇਦਾਂ ਹੋਇਆ ਆ ਕਿ ਭਾਰਤ ਦੀ ਜੀਡੀਪੀ ਵੀ ਘਟੀ ਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਗੱਲ ਇਹ ਹੈ ਜੀ, ਜਦੋਂ ਇਹ ਸਾਰੇ ਸੰਦਰਭ ਨੂੰ ਜਦੋਂ ਅਰਸ਼ ਜੀ ਆਪਾਂ ਵੱਡੇ ਵਿਜ਼ਨ ਤੇ ਜਾ ਕੇ ਦੇਖਦੇ ਹਾਂ, ਲਾਜ਼ਮੀ ਹੈ ਕਿ ਸਾਰੇ ਦੇ ਸਾਰੇ ਮੁਲਕ ਦੁਨੀਆ ਭਰ ਦੇ ਵਿੱਚ ਇਸ ਤੋਂ ਪ੍ਰਭਾਵਿਤ ਹੋਣੇ ਆ ਜੀ। ਕਿਉਂਕਿ ਜਿਸ ਤਰੀਕੇ ਨਾਲ ਵੱਡਾ ਸਾਰੇ ਦਾ ਸਾਰਾ, ਚਾਹੇ ਟੂਰਿਜ਼ਮ ਦਾ ਹੋਵੇ, ਚਾਹੇ ਇੰਪੋਰਟ ਐਕਸਪੋਰਟ ਦਾ ਹੋਵੇ, ਚਾਹੇ ਪ੍ਰੋਡਕਸ਼ਨ ਦਾ ਹੋਵੇ, ਚਾਹੇ ਹੱਥੀਂ ਕੰਮ ਹੋਵੇ, ਚਾਹੇ ਹੋਟਲ ਦਾ ਹੋਵੇ, ਜਾਂ ਫਿਰ ਐਵੀਏਸ਼ਨ ਦਾ ਹੋਵੇ, ਸਾਰੇ ਹੀ ਪ੍ਰਭਾਵਿਤ ਹੋਏ ਨੇ, ਸਾਰੇ ਖੜੇ ਆ। ਉਹਨਾਂ ਵਿੱਚ ਜਿਹੜੇ, ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਵਰਗਾ ਉਹ ਮੁਲਕ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ ਵਾਸਤੇ ਸਾਰੇ ਖਜ਼ਾਨੇ ਖੋਲ੍ਹਤੇ। ਇਹਨਾਂ ਨੇ ਕਸਰ ਕੋਈ ਨਹੀਂ ਛੱਡੀ। ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਹਾਨੂੰ ਕੰਮ ਨਹੀਂ ਮਿਲਿਆ, ਤੁਸੀਂ ਪਰਵਾਹ ਨਾ ਕਰੋ, ਤੁਹਾਨੂੰ ਅਸੀਂ 2000 ਰੁਪਇਆ, ਕਹਿਣ ਦਾ ਭਾਵ ਇੰਡੀਆ ਦਾ 1,10,000 ਰੁਪਇਆ ਤੁਹਾਡੇ ਘਰੇ ਬੈਠੇ ਹੋਊਗਾ, ਚਿੰਤਾ ਨਾ ਕਰੋ। ਸਾਰਿਆਂ ਨੂੰ ਇਸ ਵਾਸਤੇ ਉਹਨਾਂ ਨੇ ਆਪਣੇ ਖਜ਼ਾਨੇ ਖੋਲ੍ਹੇ, ਇਹਨਾਂ ਨੂੰ ਘਾਟੇ ਪਏ, ਉਹ ਸਾਰੀਆਂ ਚੀਜ਼ਾਂ ਦਾ, ਟੂਰਿਜ਼ਮ ਦਾ ਇਹਨਾਂ ਤੇ ਅਸਰ ਹੋਇਆ ਜੀ। ਹੁਣ ਜਦੋਂ ਇਸ ਸਾਰੀ ਚੀਜ਼ ਨੂੰ ਆਪਾਂ ਕੰਪੈਰੀਜ਼ਨ ਸਾਡੇ ਜਿਹੜਾ ਸਾਡਾ ਜਨਮਾਂਤਰ ਮੁਲਕ ਹੈ, ਜਦੋਂ ਉਹਦੇ ਨਾਲ ਕਰਦੇ ਹਾਂ, ਸਾਡੇ ਕਾਰਨ ਇਹ ਹੈ ਕਿ ਸਾਡੇ ਘੱਟੋ ਘੱਟ 45 ਸਾਲ 50 ਸਾਲ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਰਿਸੈਸ਼ਨ, ਔਰ ਇੰਨਾ ਖਤਰਨਾਕ ਕਦੇ ਵੀ ਨਹੀਂ ਸੀ ਦੇਖਣ ਨੂੰ ਮਿਲਿਆ। ਹੁਣ ਜੇਕਰ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਰਿਸੈਸ਼ਨ ਦੀ ਜਾਂ ਉੱਥੋਂ ਦੀ ਡਿੱਗੀ ਹੋਈ ਜੀਡੀਪੀ ਦੀ, ਇਸ ਵੇਲੇ ਭਾਰਤ ਦੀ ਜੀਡੀਪੀ ਜਿਹੜੇ ਅੰਕੜੇ ਦੱਸ ਰਹੇ ਬੜੇ ਡਰਾਉਣੇ ਨੇ। ਉਹਨਾਂ 'ਚ ਆ ਰਿਹਾ ਕਿ 23.9 23.9 ਮਾਈਨਸ ਜੀਡੀਪੀ ਦੇ ਜਾਣਾ ਹੈ। ਹੁਣ ਜੀਡੀਪੀ ਦੇ ਮਾਮਲੇ 'ਚ ਅਰਸ਼ ਜੀ ਬਹੁਤ ਸਾਰੇ ਲੋਕਾਂ ਨੂੰ ਨਾ ਕਨਫਿਊਜ਼ਨ ਹੁੰਦੀ ਹੈ ਕਿ ਇਹ ਜੀਡੀਪੀ ਹੈ ਕੀ ਚੀਜ਼ ਹੈ। ਉਹ ਸੁਣ ਤਾਂ ਲੈਂਦੇ ਆ, ਉਹ ਸਮਝ ਨਹੀਂ ਆਉਂਦੀ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਬੈਂਕ 'ਚ ਪਏ ਹੁੰਦੇ ਆ ਪੈਸੇ, ਜਾਂ ਇਹਨਾਂ ਨੂੰ ਲੱਗਦਾ ਵੀ ਸੋਨੇ ਦੇ ਹੁੰਦੇ ਆ ਪੈਸੇ। ਅਸਲ 'ਚ ਜੀਡੀਪੀ ਹੈ ਕੀ ਹੈ? ਜੀਡੀਪੀ ਤੁਹਾਡੇ ਦੇਸ਼ ਦੀ ਜਿਹੜੀ ਡੋਮੈਸਟਿਕ ਗਰੋਸ ਪ੍ਰੋਡਕਟ ਹੁੰਦੇ ਆ। ਇਹ ਮੰਨ ਲਓ ਤੁਹਾਡਾ ਦੇਸ਼ ਹੈ, ਇੱਕ ਦੇਸ਼ ਦੇ ਵਿੱਚ ਤੁਸੀਂ ਇੱਕ 100 ਮੋਬਾਈਲ ਬਣਾਉਣੇ ਆ ਜੀ, ਸਾਰੀ ਤੁਹਾਡੀ ਟੋਟਲ ਪ੍ਰੋਡਕਸ਼ਨ ਲਾ ਰਹੇ ਨੇ ਵੀ 100 ਮੋਬਾਈਲ ਬਣਾਉਣਾ ਹੈ। ਇੱਕ ਮੋਬਾਈਲ ਦੀ ਕੀਮਤ ਹੈ $1000 ਜਾਂ 1000 ਰੁਪਈਆ ਲਾ ਲਈਏ, ਤਾਂ ਉਸ ਦੇ ਫਿਰ ਟੋਟਲ ਜਿਹੜੀ ਜੀਡੀਪੀ ਹੋ ਗਈ ਜੀ, ਉਹ 1 ਲੱਖ ਰੁਪਈਆ ਹੋ ਗਈ ਦੇਸ਼ ਦੀ। ਹਾਂ, ਜੇ ਉਹਨਾਂ 'ਚੋਂ ਟੈਕਸ ਵਗੈਰਾ ਕੱਢਦੇ ਨੇ ਫਿਰ ਉਹ ਜਿਹੜੀ ਡੈਟ ਰਹਿ ਜਾਂਦੀ ਹੁੰਦੀ ਹੈ, ਟੋਟਲ ਉਹਨਾਂ ਦੇ ਵਿੱਚੋਂ ਰਹਿ ਜਾਂਦੀ ਹੁੰਦੀ ਹੈ ਨਾ ਜੀ। ਸੋ ਇਹ ਸਾਰੀ ਚੀਜ਼ ਦੇ ਵਿੱਚ ਸਾਡੀਆਂ ਸਾਰੀਆਂ ਪ੍ਰੋਡਕਸ਼ਨਾਂ ਬੰਦ ਹੋ ਗਈਆਂ, ਸਾਰੇ ਕੰਮ ਖੜੇ ਹੋ ਗਏ। ਹੁਣ ਕਾਰਨ ਕੀ ਹੈ? ਸਾਡੇ ਦੇਸ਼ ਦੇ ਵਿੱਚ ਜਿਸ ਗੱਲ ਦਾ ਰੌਲਾ, ਸਾਡੇ ਦੇਸ਼ ਦੇ ਵਿੱਚ ਕਾਲੇ ਨੂੰ ਚਿੱਟਾ ਕਰਨ 'ਚ ਮਾਹਰ ਹੈ ਸਰਕਾਰ। ਲੋਕਾਂ ਨੂੰ ਜੇ ਦਿਨ ਹੈ ਤਾਂ ਉਹਨੂੰ ਕਹੀ ਜਾਣਾ ਵੀ ਰਾਤ ਹੈ, ਕਹੋ ਰਾਤ ਹੈ, ਕਹੋ ਰਾਤ ਹੈ। ਤੇ ਜਿਹੜੇ ਅੰਨੇ ਭਗਤ ਹੁੰਦੇ ਆ, ਤੇ ਉਹਨਾਂ ਨੇ ਜਿਹੜੀ ਭਗਤੀ ਉਹਨਾਂ ਦੇ ਦਿਮਾਗ 'ਚ ਵਸੀ ਹੁੰਦੀ ਹੈ, ਤੇ ਉਹਨਾਂ ਨੇ ਸਿਰਫ ਤੇ ਸਿਰਫ ਭਗਤੀ ਉਹ ਕਰਨੀ ਹੈ। ਕਿਉਂਕਿ ਸਾਡੇ ਤਾਂ ਸ਼ੁਰੂ ਤੋਂ ਹੀ ਆਦਤਾਂ ਹੀ ਸਾਨੂੰ ਇਹ ਪਾਈਆਂ ਹੋਈਆਂ ਨੇ ਵੀ ਤੁਸੀਂ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ, ਤੁਸੀਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਨਾ। ਇਸੇ ਕਰਕੇ ਸਾਡੇ ਦੇਵੀ ਦੇਵਤੇ 33 ਕਰੋੜ ਮੰਨੇ ਜਾਂਦੇ ਆ ਕਿ ਸਿਰਫ ਤੁਸੀਂ ਕੋਈ ਤੁਹਾਡੀ ਆਪਣਾ ਦਿਮਾਗ ਤੋਂ ਕੰਮ ਨਹੀਂ ਲੈਣਾ। ਭਾਰਤ ਦੀ ਜਿਹੜੀ ਜੀਡੀਪੀ ਹੈ, ਇਹ ਕਰੋਨਾ ਕਰਕੇ ਨਹੀਂ ਡਿੱਗਣ ਲੱਗੀ, ਇਹ ਤਾਂ ਉਸ ਤੋਂ ਪਹਿਲੇ ਸਾਡੇ ਬਹੁਤ ਨੁਕਸਾਨ ਹੋ ਚੁੱਕਿਆ ਸੀ। ਜਦੋਂ ਸਾਡੇ ਡੀਮੋਨੀਟਾਈਜੇਸ਼ਨ 2016 'ਚ ਹੋਇਆ, ਨਵੰਬਰ 8 ਦੀ ਤਰੀਕ ਸੀਗੀ, ਉਸ ਤੋਂ ਬਾਅਦ 'ਚ ਜਿਹੜੀ ਸਾਡੀ ਤਹਿਸ਼ ਨਾਲ ਸਾਡੀ ਜਿਹੜੀ ਕਰੰਸੀ ਹੋਈ, ਸਾਡੇ ਦੇਸ਼ ਦੇ ਵਿੱਚ ਕਿਹਾ ਗਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਇੰਨਾ ਕਾਲਾ ਧਨ ਪਿਆ। ਜਦੋਂ ਅਸੀਂ ਇਹ ਡੀਮੋਨੀਟਾਈਜੇਸ਼ਨ ਕਰਤੀ ਤਾਂ ਸਾਰਾ ਕਾਲਾ ਧਨ ਉੱਥੇ ਪਿਆ ਖਤਮ, ਤੇ ਸਾਡਾ ਜਿਹੜਾ ਅੱਤਵਾਦੀਆਂ ਨੂੰ ਜਾਂਦਾ ਹਥਿਆਰ ਉਹ ਖਤਮ, ਤੇ ਜਿਨ੍ਹਾਂ ਕੋਲ ਕਾਲੇ ਧਨ ਘਰਾਂ 'ਚ ਰੱਖੇ ਨੇ ਉਹ ਖਤਮ। ਪਰ ਜਦੋਂ ਬਾਅਦ 'ਚੋਂ ਆਰਬੀਆਈ ਨੇ ਡਾਟੇ ਜਾਰੀ ਕੀਤੇ, ਉਹਨਾਂ ਡਾਟਿਆਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ 99.3% ਮਤਲਬ ਸਾਰੇ ਹੀ ਪੈਸਾ ਬੈਂਕਾਂ 'ਚ ਵਾਪਸ ਆ ਗਏ। ਫਿਰ ਕਾਲਾ ਧਨ ਕਿੱਥੇ ਗਿਆ? ਉਸ ਦੇ ਵਿੱਚ ਸਵਾਲ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ, ਕਿਉਂਕਿ ਲੋਕ ਪੜ੍ਹੇ ਲਿਖੇ ਨਹੀਂ, ਲੋਕਾਂ ਨੂੰ ਗਿਆਨ ਨਹੀਂ ਹੈ ਇਸ ਚੀਜ਼ ਦਾ। ਇਹ ਨੋਟ ਛਾਪਣ ਵਾਸਤੇ ਜਿਹੜੇ ਦੁਬਾਰਾ ਛਾਪੇ ਗਏ, ਉਹ ਨੋਟਾਂ ਤੇ ਜਿਹੜੇ ਸੱਚੋ ਜਿਹੜੇ ਬਾਹਰ ਰਹੇ, ਜਿਹੜੇ 0.7 1 ਤੋਂ ਵੀ ਥੱਲੇ ਰਹਿ ਗਏ, ਜਿਹੜੇ 1% ਤੋਂ ਵੀ ਥੱਲੇ, ਉਹ ਸੀਗਾ ਟੋਟਲ 10,000 ਕਰੋੜ। ਉਹ ਮੰਨਿਆ ਜਾਂਦਾ ਵੀ ਹੋ ਸਕਦਾ ਕੈਨੇਡਾ ਦੇ ਵਿੱਚ ਹਰ ਪਰਿਵਾਰ ਜਿਹੜਾ ਇੱਥੇ ਰਹਿੰਦਾ ਹੈ, ਉਹਦੇ ਕੋਲ 10-20,000 50,000 ਇੱਥੇ ਪਿਆ ਹੁੰਦਾ ਸੀ ਇੰਡੀਆ ਵਾਲਾ। ਜੀ ਬਿਲਕੁਲ, ਉਹਨਾਂ ਕੁ ਪੈਸਾ ਹੀ ਬਾਹਰ ਰਹਿ ਗਿਆ ਸੀਗਾ ਟੋਟਲ ਬਣਾ ਕੇ। ਜਿਹੜੇ ਨਵੇਂ ਨੋਟ ਛਾਪੇ, ਉਹਨਾਂ ਤੇ ਖਰਚਾ ਆਇਆ ਲਗਭਗ 16,500 ਕਰੋੜ ਰੁਪਈਆ। ਜੀ ਬਿਲਕੁਲ।
ਔਰ ਜਿਹੜੇ ਉਸ ਤੋਂ ਇਲਾਵਾ ਜਿਹੜੇ ਲੋਕ ਲਾਈਨਾਂ 'ਚ ਲੱਗ ਕੇ ਮਰੇ ਉਹਨਾਂ ਦੀਆਂ ਗਿਣਤੀਆਂ ਵੱਖਰੀਆਂ। ਫਿਰ ਸਭ ਤੋਂ ਜ਼ਿਆਦਾ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਖਰੀਦੀਆਂ ਗਈਆਂ ਉਹ ਜੇ ਡਾਟੇ ਕੱਢ ਕੇ ਦੇਖਦੇ ਤਾਂ ਬੀਜੇਪੀ ਦੇ ਲੀਡਰਾਂ ਦੀਆਂ ਨੇ। ਉਹ ਤੋਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ ਦੇਸ਼ ਨੂੰ ਇਸ ਤਬਾਹੀ ਵੱਲ ਲਿਜਾਣ ਵਾਸਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੰਮ ਕੀਤਾ ਗਿਆ। ਜੇਕਰ ਪ੍ਰਧਾਨ ਮੰਤਰੀ ਸ਼ਾਮ ਨੂੰ ਕੁੜਤਾ ਪਜਾਮਾ ਪਾ ਕੇ ਆਉਂਦਾ ਜਾਂ ਆਉਂਦੇ ਨੇ ਪ੍ਰਧਾਨ ਮੰਤਰੀ ਸਾਹਿਬ, ਤਾਂ ਉਸ ਤੋਂ ਪਹਿਲਾਂ ਬੀਜੇਪੀ ਦੇ ਲੀਡਰ ਪ੍ਰਾਪਰਟੀਆਂ ਕਿਵੇਂ ਖਰੀਦ ਰਹੇ ਨੇ ਵੀ 1 ਮਹੀਨਾ ਪਹਿਲਾਂ। ਜੀ ਇਹਦਾ ਮਤਲਬ ਤਾਂ ਸੀਗਾ ਕਿ ਦੂਸਰਿਆਂ ਨੂੰ ਸਾਰਿਆਂ ਨੂੰ ਨਸਤੋ ਨਿਵੇਦ ਕਰ ਦਿਓ, ਵੀ ਆਪਣੇ ਵਾਲੇ ਦੇ ਜੁਗਾੜ ਸੈੱਟ ਕਰਾ ਦਿਓ। ਫਿਰ ਸਭ ਤੋਂ ਜ਼ਿਆਦਾ ਟ੍ਰਾਂਸੈਕਸ਼ਨ ਜਿਹੜੀ ਉਸ ਵੇਲੇ ਹੋਈ ਉਹਨਾਂ ਕੋਆਪਰੇਟਿਵ ਬੈਂਕਾਂ ਦੇ ਵਿੱਚ ਹੋਈ, ਜਿਨ੍ਹਾਂ ਦੇ ਵਿੱਚ ਅੱਜ ਕੱਲ੍ਹ ਦੇ ਗ੍ਰਹਿ ਮੰਤਰੀ ਉਹਨਾਂ ਦੇ ਡਾਇਰੈਕਟਰ ਸੀ ਜਾਂ ਉਹਨਾਂ ਦੇ ਚੀਫ ਸੀ। ਜੀ ਜਦੋਂ ਲੋਕ 100 ਰੁਪਏ 10 ਹਜ਼ਾਰ ਰੁਪਇਆ ਜਾਂ 100 ਰੁਪਇਆ ਕਢਾਉਣ ਵਾਸਤੇ ਬੈਂਕਾਂ 'ਚੋਂ ਲਾਈਨਾਂ 'ਚੋਂ ਖੜ ਕੇ ਮਰ ਰਹੇ ਸੀ, ਤਾਂ ਉਸ ਵੇਲੇ ਬੀਜੇਪੀ ਦੇ ਲੀਡਰਾਂ ਕੋਲੋਂ ਕਿਸੇ ਕੋਲੋਂ 300 ਕਰੋੜ, ਕਿਸੇ ਕੋਲ 20 ਕਰੋੜ, ਕਿਸੇ ਕੋਲ 50 ਕਰੋੜ, ਕਿਸੇ ਦੇ ਵਿਆਹ ਤੇ 100 ਕਰੋੜ ਰੁਪਇਆ ਲੱਗ ਰਿਹਾ, ਉਹ ਕਿੱਥੋਂ ਆ ਗਏ ਸੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤਬਾਹ ਕਰਨ ਵਾਸਤੇ ਪਹਿਲੇ ਇਹ ਕੋਸ਼ਿਸ਼ਾਂ ਜਿਹੜੀਆਂ ਕੱਚੀਆਂ ਕੀਤੀਆਂ ਗਈਆਂ। ਫਿਰ ਸਾਡੀ ਸਰਕਾਰ ਨੇ ਕੀ ਕੀਤਾ? ਸਾਡੀ ਸਰਕਾਰ ਨੇ ਬਿਨਾਂ ਕਿਸੇ ਸੋਚੇ ਸਮਝੇ ਸਿਰਫ ਆਪਣੀ ਈਗੋ ਸ਼ਾਂਤ ਕਰਨ ਵਾਸਤੇ ਇੱਕ ਪ੍ਰਧਾਨ ਮੰਤਰੀ ਦਾ ਕੈਨਵਸ ਬਹੁਤ ਵੱਡਾ ਦਿਖਾਉਣ ਵਾਸਤੇ ਵੀ ਇਹ ਤਾਂ ਅਦਭੁਤ ਬੰਦਾ ਹੈ, ਬਾਕੀ ਅਦਭੁਤ ਬੰਦਾ ਹੈ। ਜਿਹੜੀ GST ਲਾਈ ਗਈ ਉਸ ਦੇ ਨਾਲ ਸਾਡਾ ਸਾਰਾ ਕਾਰੋਬਾਰ ਤਬਾਹ ਹੋ ਕੇ ਰਹਿ ਗਿਆ। ਸਾਡੇ ਕਾਰੋਬਾਰਾਂ ਦੇ ਲੱਕ ਟੁੱਟ ਗਏ, GDP ਕਿੱਥੇ ਰਹਿ ਜਾਣੀ ਸੀ। ਇਹ ਤਾਂ ਹੁਣ ਕਰੋਨਾ ਦੀ ਓਟ ਦੇ ਵਿੱਚ GDP ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੁਕਣੀ ਨਹੀਂ ਹੈ। ਹੁਣ ਉਸ ਤੋਂ ਇਲਾਵਾ ਦੇਸ਼ ਨੂੰ ਚਲਾਉਣ ਵਾਸਤੇ ਇੱਕ ਤੰਤਰ ਹੁੰਦਾ ਹੈ ਅਰਸ਼ੀ, ਜਿਸ ਦੇ ਵਿੱਚ ਜੇਕਰ ਆਪਾਂ ਸਾਰੀਆਂ ਦੀ ਆਪਾਂ ਗਿਣਤੀਆਂ ਕੱਢ ਕੇ ਦੇਖਦੇ ਹਾਂ ਨਾ ਵੀ ਸਾਡੇ ਦੇਸ਼ ਦੇ ਵਿੱਚ ਕਿੰਨੀਆਂ ਕੁ ਜਿਹੜੀਆਂ ਪੋਸਟਾਂ ਨੇ ਭਰੀਆਂ ਪਈਆਂ ਨੇ, ਕਿੰਨੀਆਂ ਕੁ ਨੌਕਰੀਆਂ ਸਾਡੇ ਹੈਗੀਆਂ ਨੇ। ਸੈਂਟਰਲ ਸਰਕਾਰ ਜਿਹੜੀ ਆਪਣੀਆਂ ਅਦਾਰੇ ਚਲਾਉਂਦੀ ਹੈ 4.25 ਲੱਖ ਪੋਸਟ ਉਹ 'ਚ ਖਾਲੀ ਪਈ ਹੈ। 4.25 ਲੱਖ ਪੋਸਟ ਦੀ ਜੇਕਰ ਗੱਲ ਕਰਦੇ ਹਾਂ, ਹੁਣ ਪ੍ਰਾਇਮਰੀ ਜਿਹੜੀ ਐਜੂਕੇਸ਼ਨ ਹੈ ਉਸ ਦੇ ਵਿੱਚ ਸਾਡੇ 10 ਲੱਖ ਪੋਸਟ ਉੱਥੇ ਖਾਲੀ ਪਈ ਹੈ। ਕੀ ਜੋ ਸਾਡੇ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਊਗਾ? ਜਿਹੜੀਆਂ ਸਾਡੀ ਯੂਨੀਵਰਸਿਟੀਆਂ ਨੇ, ਸੈਂਟਰਲ ਯੂਨੀਵਰਸਿਟੀਆਂ ਜਿਹੜੀਆਂ ਸੈਂਟਰਲ ਦੀਆਂ ਬਣੀ 6000 ਪੋਸਟ ਹੈ ਜਿਹਨਾਂ ਨੇ ਸਾਨੂੰ ਪੜ੍ਹਾਉਣਾ ਉੱਥੇ ਨਹੀਂ ਹਨ। ਕੀ ਸਾਡਾ ਉੱਥੇ ਪੜ੍ਹਾਂਗੇ ਇੱਥੇ ਜਾ ਕੇ? ਜਿਹੜੀਆਂ ਸਾਡੀਆਂ ਸਟੇਟਾਂ ਦੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ 'ਚ ਬੱਚਿਆਂ ਦੇ ਭਵਿੱਖ ਬਣਨੇ ਨੇ ਜਾ ਕੇ ਲਗਭਗ 1.25 ਲੱਖ ਪੋਸਟ 60-65 ਹਜ਼ਾਰ ਪੋਸਟ ਸਾਡੀ ਉੱਥੇ ਨਹੀਂ ਹੈ। ਸਾਡੀਆਂ ਕੋਰਟਾਂ ਦੇ ਵਿੱਚ ਜਿਹੜੀਆਂ ਮਾਈ ਬਾਪ ਨੇ ਸਾਡੀਆਂ ਕੋਰਟਾਂ ਦੇ ਵਿੱਚ, ਜੇਕਰ ਸੁਪਰੀਮ ਕੋਰਟ ਦੀ ਆਪਾਂ ਗੱਲ ਕਰਦੇ ਹਾਂ ਨਾ, ਤਾਂ ਸੁਪਰੀਮ ਕੋਰਟ ਦੇ ਵਿੱਚ ਲਗਭਗ ਮੇਰੇ ਖਿਆਲ ਨਾਲ ਜਿਹੜਾ ਸਾਡੇ ਕੇਸ ਆਉਂਦੇ ਆ ਜੀ, ਉਹਨਾਂ ਕੇਸਾਂ ਦੇ ਹਿਸਾਬ ਨਾਲ ਜੇ ਲੱਖ ਕੇਸ ਆਉਂਦਾ ਤਾਂ ਉਹਨਾਂ ਦੇ ਵਿੱਚ 1.25 ਲੱਖ ਹਰ ਸਾਲ ਆ ਜਾਂਦਾ। ਲੱਖ ਦੀ ਉਦੋਂ 'ਚ ਅਸੀਂ ਕੱਢਦੇ ਹਾਂ। ਹਾਈ ਕੋਰਟ ਦੇ ਵਿੱਚ ਜੇਕਰ 10 ਤੋਂ 15 ਲੱਖ ਆਉਂਦਾ ਹੈ, ਜੇਕਰ ਸਵਾ ਆਉਂਦਾ ਤਾਂ ਉਹਦੇ 'ਚ 50 ਲੱਖ ਦਾ ਗੈਪ ਉਹਦੇ ਵਿੱਚ ਸਾਡੀਆਂ ਪੈਂਡਿੰਗ ਕੇਸਾਂ ਦਾ ਪੈਂਦਾ। ਔਰ ਜਿਹੜੀਆਂ ਥੱਲੇ ਵਾਲੀਆਂ ਕੋਰਟਾਂ ਦੀ ਤਾਂ ਗੱਲ ਹੀ ਛੱਡ ਦਿਓ ਵੀ ਕਿੱਥੇ ਪਈਆਂ ਨੇ। ਸੋ ਕੁੱਲ ਮਿਲਾ ਕੇ ਜਿਹੜਾ ਸਾਰਾ ਸਿਸਟਮ ਹੈ ਜਿਹੜਾ ਅਨਬੈਲੈਂਸ ਕੀਤਾ ਹੋਇਆ, ਹੁਣ ਉਹਨੂੰ ਕਰੋਨਾ ਦੇ ਪਿੱਛੇ ਲੁਕੋ ਕੇ ਅਸੀਂ ਇਹ ਮੰਨ ਨਹੀਂ ਸਕਦੇ। ਸਾਡੀਆਂ ਜਿਹੜੀਆਂ ਨੀਤੀਆਂ ਨੇ, ਸਾਡੀਆਂ ਜਿਹੜੀਆਂ ਬਦ ਨੀਤੀਆਂ ਨੇ, ਜਿਨ੍ਹਾਂ ਕਰਕੇ ਸਾਡਾ ਦੇਸ਼ ਦਾ ਨੁਕਸਾਨ ਹੋ ਰਿਹਾ ਹੈ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜੀ। ਬਿਲਕੁਲ, ਜਿਹੜਾ ਦੂਰ ਅੰਦੇਸ਼ੀ ਤੱਕ ਸਾਨੂੰ ਸੋਚਣ ਦੀ ਲੋੜ ਹੈ। ਪਰ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਭਗਤੀ 'ਚ ਮਗਨ ਆ। ਉਹ ਜੇ ਮੀਰਾ ਵਜਾਉਂਦੀ ਹੁੰਦੀ ਸੀ ਅੱਖਾਂ ਬੰਦ ਕੀਤੀਆਂ ਹੋਈਆਂ, ਉਹ ਅਸੀਂ ਲੱਗੇ ਹੋਏ ਹਾਂ। ਅਸੀਂ ਖੋਲ ਕੇ ਸੋਚ ਹੀ ਨਹੀਂ ਰਹੇ ਕਿ ਸਾਡਾ ਦੇਸ਼ ਕਿਸ ਪਾਸੇ ਨੂੰ ਜਾ ਰਿਹਾ। ਬਿਲਕੁਲ ਬਿਲਕੁਲ ਧਿਆਨ ਦੇਣ ਦੀ ਲੋੜ ਹੈਗੀ ਹੈ ਸਰਕਾਰਾਂ ਨੂੰ, ਤੇ ਸਰਕਾਰਾਂ ਖੁਦ ਹੀ ਪਤਾ ਨਹੀਂ ਕਿਹੜੇ ਪਾਸੇ ਮਗਨ ਹੈਗੀਆਂ ਨੇ। ਪਰ ਜਿਹੜੀ ਗੱਲਬਾਤ ਹੈ ਉਹ ਇਸ ਤਰ੍ਹਾਂ ਜਾਰੀ ਰਹੇਗੀ। ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਜੀ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਹੋ ਰਹੀ ਹੈ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਪਰ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ। ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਕਰੰਟ ਇਸ਼ੂਜ਼ ਦੇ ਬਾਰੇ, ਕੀ ਕੁਝ ਹੋ ਰਿਹਾ ਹੈ ਦੇਸ਼ ਭਰ ਦੇ ਵਿੱਚ। ਅਸੀਂ ਭਾਰਤ ਦੇ ਬਾਰੇ ਗੱਲ ਕਰ ਰਹੇ ਸੀ ਕਿ ਭਾਰਤ ਦੀ GDP ਇੰਨੀ ਘਟ ਗਈ ਹੈਗੀ ਹੈ, ਕੀ ਕੁਝ ਹੋ ਰਿਹਾ ਭਾਰਤ ਦੇ ਵਿੱਚ। BJP ਦੀ ਸਰਕਾਰ ਹੈਗੀ ਹੈ ਤੇ BJP ਦੀ ਸਰਕਾਰ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਹੜਾ ਹੈਗਾ ਆ, ਉਹ ਵੀ ਅਸੀਂ ਜੇ ਨਾਲ ਗੱਲ ਕਰੀਏ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ। ਸਾਨੂੰ ਇਹ ਨਹੀਂ ਕਿ ਅਸੀਂ ਸਵੇਰੇ ਉਡੀਕ ਕਰਾਂਗੇ ਕਿ ਨਿਊਜ਼ਪੇਪਰ ਆਊਗਾ ਜਾਂ ਖਬਰਾਂ ਆਉਣਗੀਆਂ 7 ਵਾਲੀਆਂ ਤਾਂ ਅਸੀਂ ਸੁਣਨੀਆਂ ਹੈਗੀਆਂ ਨੇ। ਮਿੰਟ ਦੀ ਜਿਹੜੀ ਰਿਪੋਰਟ ਮਿਲਦੀ ਰਹਿੰਦੀ ਹੈ। ਫੇਸਬੁੱਕ ਜਿਹੜਾ ਹੈ ਉਹ ਐਪ ਜਿਹੜੀ ਹੈ ਉਹ
ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇੰਡੀਆ ਦੀ ਜੇ ਅਸੀਂ ਗੱਲ ਕਰੀਏ ਜਾਂ ਇੱਥੇ ਵੀ ਗੱਲ ਕਰੀਏ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਫੇਸਬੁੱਕ ਤੋਂ ਬਿਨਾ, ਮੈਨੂੰ ਲੱਗਦਾ ਸਵੇਰੇ ਉੱਠਣ ਸਾਰ ਪਹਿਲਾਂ ਫੇਸਬੁੱਕ ਖੋਲਦੇ ਆ ਵੀ ਕੀ ਕੁਝ ਹੋ ਰਿਹਾ ਹੈਗਾ ਆ। ਹੁਣ ਫੇਸਬੁੱਕ ਦਾ ਜੋ ਬੀਜੇਪੀ ਦੇ ਨਾਲ ਕਨੈਕਸ਼ਨ ਹੈਗਾ ਆ ਉਹ ਸਾਹਮਣੇ ਆ ਰਿਹਾ ਹੈਗਾ। ਫੇਸਬੁੱਕ ਦੇ ਜੋ ਜੋ ਇੱਕ ਬੀਜੇਪੀ ਦੇ ਐਮਐਲਏ ਹੈਗੇ ਆ ਉਹਨਾਂ ਨੂੰ ਵੀ ਮੈਨੂੰ ਲੱਗਦਾ ਇੱਕ ਬੈਨ ਕਰ ਦਿੱਤਾ ਹੈਗਾ ਸੋਸ਼ਲ ਮੀਡੀਆ ਤੋਂ। ਪੂਰੀ ਕਹਾਣੀ ਕੀ ਹੈ ਕਿ ਫੇਸਬੁੱਕ ਦਾ ਬੀਜੇਪੀ ਦੇ ਨਾਲ ਕੀ ਸੰਬੰਧ ਚੱਲ ਰਿਹਾ, ਕੀ ਰਿਲੇਸ਼ਨ ਚੱਲ ਰਿਹਾ? ਅਰਸ਼ੀ, ਭਾਰਤ ਇੱਕ ਸੰਵਿਧਾਨਿਕ ਤੌਰ ਤੇ ਜਾਣਿਆ ਜਾਂਦਾ ਮੁਲਕ ਆ ਔਰ ਲੋਕਤੰਤਰ ਸੰਵਿਧਾਨ ਦੇ ਸਿਰ ਤੇ ਚੱਲਦਾ ਹੁੰਦਾ ਜੀ, ਇਹ ਮੰਨਿਆ ਜਾਂਦਾ। ਭਾਰਤ ਦੇ ਵਿੱਚ 4 ਜਦੋਂ ਸ਼ੇਰ ਦਾ ਨਿਸ਼ਾਨ ਭਾਰਤ ਦਾ ਦੇਖਦੇ ਆ ਨਾ, ਉਹਨੂੰ ਮੰਨਿਆ ਜਾਂਦਾ ਕਿ ਇਹ 4 ਥੰਮਾਂ ਦੇ ਉੱਤੇ ਸੱਤਿਅਮੇਵ ਜਯਤੇ ਤੇ ਚੱਲਦਾ, ਜਿਹਦੇ 'ਚ ਕਾਨੂੰਨ, ਇੱਕ ਜਿਹੜੀ ਰਾਜਨੀਤਿਕ ਤਾਕਤ, ਫਿਰ ਜੁਡੀਸ਼ਰੀ, ਤੇ ਫਿਰ ਜਿਹੜੇ ਸਾਡੇ ਟੈਕਨੋਕ੍ਰੇਟ ਜਿਹੜੇ ਸਾਡੇ ਚਲਾਉਂਦੇ ਆ, ਤੇ ਚੌਥਾ ਥੰਮ ਹੈ ਮੀਡੀਆ ਦਾ। ਇਹਨਾਂ ਸਾਰੀਆਂ ਚੀਜ਼ਾਂ ਨੇ ਚੱਲ ਕੇ ਇਸ ਦੇਸ਼ ਨੂੰ ਜਾਂ ਲੋਕਤੰਤਰ ਨੂੰ ਚਲਾਉਣਾ ਹੁੰਦਾ ਜੀ। ਪਰ ਸਾਡੇ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਸਾਰੀਆਂ ਤਹਿਸ਼ ਨਹਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਥੋਂ ਮੈਨੂੰ ਲੱਗਦਾ ਹੈ ਕਿ ਆਉਂਦਾ ਸਮਾਂ ਸਾਡੇ ਦੇਸ਼ ਦੀ ਡੈਮੋਕ੍ਰੇਸੀ ਵਾਸਤੇ ਕੋਈ ਬਹੁਤਾ ਚੰਗਾ ਨਹੀਂ। ਹੁਣ ਜਿਹੜੀ ਗੱਲ ਤੁਸੀਂ ਇਹ ਫੇਸਬੁੱਕ ਤੇ ਕੀਤੀ ਹੈ, ਫੇਸਬੁੱਕ ਤੋਂ ਪਹਿਲਾਂ ਜੇਕਰ ਮੈਂ ਇੱਕ ਗੱਲ ਹੋਰ ਕਰਾਂ ਤਾਂ ਭਾਰਤ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਰਾਜ ਕਰਦੀ ਆ ਤਾਂ ਵਿਰੋਧੀ ਧਿਰਾਂ ਨੇ ਤਾਂ ਉਹਤੇ ਸਵਾਲ ਚੱਕਣੇ ਹੁੰਦੇ ਆ ਜੀ, ਪਰ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਸਭ ਤੋਂ ਵੱਡਾ ਰੋਲ ਹੁੰਦਾ ਮੀਡੀਆ ਦਾ। ਮੀਡੀਆ ਨੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਲੈ ਕੇ ਆਉਣੀਆਂ ਹੁੰਦੀਆਂ ਨੇ ਸਰਕਾਰ ਦੇ, ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫੇਲ ਹੋ, ਇਹਨਾਂ 'ਤੇ ਧਿਆਨ ਦਿਓ, ਲੋਕ ਦੁਖੀ ਨੇ। ਤੁਸੀਂ ਦੇਖਿਆ ਕਿ ਅਮਰੀਕਾ ਦਾ ਰਾਸ਼ਟਰਪਤੀ ਸਭ ਤੋਂ ਤਾਕਤਵਰ ਰਾਸ਼ਟਰਪਤੀ ਹੈ ਜੀ। ਉਹ ਹਾਲਾਂਕਿ ਬਹੁਤ ਕੋਸ਼ਿਸ਼ ਕਰਦਾ ਹੈ ਕਿ ਮੈਂ ਮੀਡੀਆ ਦੇ ਨਾਲ ਲਵਾਂ, ਉੱਥੇ ਦਾ ਮੀਡੀਆ ਉਹਦੇ ਗਲ ਪੈਣ ਨੂੰ ਜਾਂਦਾ ਹੈ। ਪਰ ਉਹਨੂੰ ਕੰਟਰਾਸਟ ਕਰਕੇ ਇੰਡੀਆ ਦੇ ਨਾਲ ਦੇਖ ਲਓ, ਅਮਰੀਕਾ ਦੇ ਰਾਸ਼ਟਰਪਤੀ ਦਾ ਮੀਡੀਆ ਗਲ ਪੈਂਦਾ ਹੈ ਤੇ ਸਾਡੇ ਵਾਲਾ ਮੀਡੀਆ ਸਾਡੇ ਪ੍ਰਧਾਨ ਮੰਤਰੀ ਦੇ ਪੈਰੀ ਪੈਂਦਾ ਹੈ। ਉਹ ਪੈਰੀ ਕਿਉਂ ਪੈਂਦਾ ਹੈ? ਕਿ ਉਹ ਆਪਣੀ ਉਹਦੇ ਨਾਲ ਉਹਦੀ ਮਰਜ਼ੀ ਆ ਪੈਂਦਾ, ਜਾਂ ਉਹਨਾਂ ਨੂੰ ਧੌਣ ਤੋਂ ਫੜ ਕੇ ਪਾਇਆ ਜਾਂਦਾ, ਜਾਂ ਉਹਨਾਂ ਨੂੰ ਮਤਲਬ ਉਹਨਾਂ ਦੀ ਬਾਂਹ ਮਰੋੜ ਕੇ ਪਾਇਆ ਜਾਂਦਾ। ਇਹ ਹਾਲਾਤ ਇਸ ਵੇਲੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਮੀਡੀਆ ਨੇ ਲੋਕਾਂ ਦਾ ਕੰਮ ਕਰਨਾ ਸੀ, ਉਹ ਤਾਂ ਹੁਣ ਮਾਊਥ ਪੀਸ ਬਣ ਗਿਆ ਸਰਕਾਰ ਦਾ। ਉਹਨਾਂ ਦਾ ਪ੍ਰਾਪੇ ਕੰਡੇ ਏਜੰਡੇ ਸੈੱਟ ਕਰਨ ਵਾਲਾ ਬਣ ਗਿਆ ਮੀਡੀਆ। ਉੱਥੇ ਫਿਰ ਲੋਕਾਂ ਨੂੰ ਇੱਕੋ ਇੱਕ ਆਸ ਸੀ, ਉਹ ਆਸ ਸੀ ਕਿ ਸੋਸ਼ਲ ਮੀਡੀਆ, YouTube, ਫੇਸਬੁੱਕ, ਟਵਿੱਟਰ, ਵਟਐਵਰ, ਜੋ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਪਲੇਟਫਾਰਮ ਹੈਗੇ ਜੀ, ਕਿ ਜਿੱਥੋਂ ਉਹ ਆਪਣੀ ਗੱਲ ਰੱਖ ਸਕਦੇ ਸੀ। ਤੁਸੀਂ ਹੈਰਾਨ ਹੋਵੋਗੇ ਕਿ ਲੋਕਾਂ 'ਚ ਇਸ ਵੇਲੇ ਦੂਸਰਾ ਮੀਡੀਆ, ਜਿਹਨੂੰ ਗੋਦੀ ਜਾਂ ਫਲਾਣਾ ਮੀਡੀਆ ਕਹਿੰਦੇ ਆ, ਉਹਨਾਂ ਨੂੰ ਛੱਡ ਕੇ ਲੋਕ YouTube ਤੇ ਜਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਵਿਸ਼ਵਾਸ ਲੱਗੇ ਸੀ ਕਰਨ। ਹਾਲਾਂਕਿ ਇਹਨਾਂ ਮੀਡੀਆ ਦੇ ਵਿੱਚ ਵੀ ਜਿਹੜੇ ਸੋਸ਼ਲ ਮੀਡੀਆ ਨੇ, ਉੱਥੇ ਕੋਈ ਵੀ ਕੁਝ ਕਹਿ ਸਕਦਾ, ਬਹੁਤ ਸਾਰੀਆਂ ਅਫਵਾਹਾਂ ਵੀ ਫੈਲਦੀਆਂ ਨੇ। ਪਰ ਸਰਕਾਰ ਨੇ ਦੇਖਿਆ ਕਿ ਬਾਕੀ ਸਾਰੇ ਤਾਂ ਸਾਡੀ ਇਲਾਕੇ ਭਾਸ਼ਾ ਬੋਲਣ, ਪਰ ਜਿਹੜੇ ਲੋਕਾਂ ਦੇ ਹੱਥ 'ਚ ਆਹ ਮੀਡੀਆ ਆ ਗਿਆ, ਇੱਥੋਂ ਸਾਡੇ ਐਕਸਪੋਜ਼ਰ ਹੋ ਰਹੇ ਨੇ, ਇਹਨਾਂ ਨੂੰ ਕੰਟਰੋਲ ਕਿਵੇਂ ਕਰਿਆ ਜਾਵੇ। ਇਸ ਮਾਮਲੇ 'ਚ ਇਹ ਗੱਲਾਂ ਸਾਹਮਣੇ ਆਈਆਂ ਜਾਂਚ ਪੜਤਾਲ ਦੇ ਵਿੱਚ। ਹਾਲਾਂਕਿ ਫੇਸਬੁੱਕ ਬਹੁਤ ਵੱਡਾ ਪਲੇਟਫਾਰਮ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ। ਮਾਰਕ ਜ਼ੁਕਰਬਰਗ ਜਿਹੜੇ ਉਹਨਾਂ ਦੇ ਛੋਟੀ ਏਜ ਦੇ ਵਿੱਚ ਉਸ ਦੇ ਮਾਲਕ ਨੇ, ਉਹਨਾਂ ਨੇ ਕਿਹਾ ਕਿ ਅਸੀਂ ਦੁਨੀਆ ਦੇ ਵਿੱਚ ਸਾਰਿਆਂ ਨੂੰ ਬਰਾਬਰ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਫੇਸਬੁੱਕ ਤੇ ਇਹਨਾਂ ਦਿਨਾਂ 'ਚ ਸਵਾਲ ਇਸ ਕਰਕੇ ਉੱਠ ਰਹੇ ਹੈ ਕਿ ਉਹ ਆਪਣੀ ਅਨੁਕੂਲਤਾ ਦੇ ਮੁਤਾਬਕ, ਆਪਣੀਆਂ ਮੰਡੀਆਂ ਦੇ ਮੁਤਾਬਕ ਉਹਨਾਂ ਚੀਜ਼ਾਂ ਦੇ ਵਿੱਚ ਫੈਸਲੇ ਲੈ ਰਹੇ ਹੈ। ਫੋਰ ਐਗਜ਼ਾਮਪਲ, ਇੰਡੀਆ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ, ਉਹ ਚਾਹੇ ਬੀਜੇਪੀ ਦੀ ਹੈ ਚਾਹੇ ਕਾਂਗਰਸ ਦੀ ਹੈ, ਲੋਕਾਂ ਦਾ ਗੁੱਸਾ ਉਹਨਾਂ ਦੇ ਖਿਲਾਫ ਹੁੰਦਾ ਜੀ। ਉਹਨਾਂ ਨੇ ਗੱਲ ਕਰਨੀ ਹੁੰਦੀ ਹੈ, ਵਿਰੋਧੀਆਂ ਨੇ ਵੀ ਗੱਲ ਕਰਨੀ ਹੁੰਦੀ ਹੈ, ਪਰ ਉਸ ਦੇ ਵਿੱਚ ਜਿਸ ਤਰੀਕੇ ਨਾਲ ਇੱਥੇ ਸਾਡੇ ਦੇਸ਼ ਦੇ ਵਿੱਚ ਹੇਟਰ ਇੱਕ ਦੂਸਰੇ ਦੇ ਖਿਲਾਫ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਮਾਮਲੇ 'ਚ ਬੀਜੇਪੀ ਦੇ ਬਹੁਤ ਹੱਥ ਖੋਲੇ ਹੋਏ ਆ। ਬੀਜੇਪੀ ਦੇ ਲੀਡਰਾਂ ਦੇ ਹੱਥ ਬਿਲਕੁਲ ਕੋਈ ਰੋਕ ਟੋਕ ਨਹੀਂ, ਕੁਛ ਮਰਜ਼ੀ ਕਰਦੇ ਰਹੋ। ਪਿਛਲੇ ਸਮੇਂ 'ਚ ਕੋਈ 44 ਕੁ ਪੇਜ ਇਸ ਤਰ੍ਹਾਂ ਦੇ ਸੀਗੇ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਸੀ, ਸਰਕਾਰ ਨੂੰ ਭੰਡਦੇ ਸੀ, ਤਾਂ ਉਹਨਾਂ 'ਚੋਂ 44 'ਚੋਂ 14 ਪੇਜ ਬਿਲਕੁਲ ਸਰਕਾਰ ਨੇ ਬਲੌਕ ਕਰਤੇ। ਉਹ ਸੀ ਕਾਂਗਰਸ ਦੇ, ਜਾਂ ਫਿਰ ਵਿਰੋਧੀ ਪਾਰਟੀਆਂ ਦੇ, ਜਾਂ ਫਿਰ ਉਹ ਜਰਨਲਿਸਟ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਸੀ, ਜਿਵੇਂ ਰਵੀਸ਼ ਕੁਮਾਰ ਦੇ ਕੋਈ ਫੇਵਰੇਟ ਸੀਗੇ, ਉਹਨਾਂ ਨੂੰ ਬੈਨ ਕਰ ਦਿੱਤਾ ਗਿਆ, ਜਾਂ ਵਿਨੋਦ ਦੂਆ ਜਿਹੜੇ ਜਰਨਲਿਸਟ ਨੇ ਉਹਨਾਂ ਦਾ ਕਰ ਦਿੱਤਾ ਗਿਆ। ਯੂਪੀ ਦੇ ਵਿੱਚ ਫਿਰ ਭੀਮ ਆਰਮੀ ਹੈ ਜਿਹੜੀ, ਉਹਨਾਂ ਦਾ ਪੇਜ ਬੜਾ ਸਟਰੋਂਗ ਸੀ, ਉਹ ਬੜੀ ਇੱਕ ਡੋਮੀਨੇਟ ਕਰਦੀ ਕਮਿਊਨਿਟੀ ਹੈ, ਉਹਨਾਂ ਦੇ ਪੇਜ ਕਰ ਦਿੱਤੇ ਗਏ। ਬੀਜੇਪੀ ਦੇ 17 ਪੇਜ ਸੀ ਜਿਹੜੇ, ਇੱਕ ਵਾਰ ਤਾਂ ਬੰਦ ਕਰਤੇ ਗਏ, ਦੁਬਾਰਾ ਉਹ ਚਲਾਤੇ ਗਏ ਗੋਂਗਲੋਂ ਤੋਂ ਮਿੱਟੀ ਝਾੜ ਕੇ। ਫਿਰ ਉੱਥੇ ਇਹ ਸਵਾਲ ਉੱਠਣੇ ਲਾਜ਼ਮੀ ਸੀ
ਫਿਰ ਵਿਰੋਧੀ ਧਿਰਾਂ ਨੇ ਇਸ ਮਾਮਲੇ 'ਚ ਮਾਰਕ ਜ਼ੁਕਰਬਰਗ ਨੂੰ ਇਹ ਲੈਟਰ ਲਿਖਿਆ ਕਿ ਤੁਹਾਡੀ ਜਿਹੜੀ ਫੇਸਬੁੱਕ ਹੈ ਇਹ ਨਾ ਰਹਿ ਕੇ ਇਹ ਸਰਕਾਰ ਦੇ ਪ੍ਰਭਾਵ ਥੱਲੇ ਚੱਲ ਰਹੀ ਹੈ। ਇਹਦਾ ਕਾਰਨ ਹੈ ਕਿ ਸਰਕਾਰ ਹਰ ਕੋਸ਼ਿਸ਼ ਉੱਥੇ ਤੱਕ ਵੀ ਕਰ ਰਹੀ ਹੈ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਲਿਆ ਜਾਵੇ। ਕਈ ਵਾਰੀ ਸਰਕਾਰ ਦੇ ਨੇਤਾਵਾਂ ਦਾ ਬਿਆਨ ਵੀ ਆਇਆ ਕਿ ਇਹਨਾਂ ਤੇ ਕੰਟਰੋਲ ਕਰਨਾ ਲਾਜ਼ਮੀ ਬਣਦਾ ਹੈ। ਉਹਨਾਂ ਦਾ ਇਸ਼ਾਰਾ ਇਸ ਗੱਲ ਕਰਕੇ ਵੀ ਦੂਜਾ ਤਾਂ ਆਪਾਂ ਖਰੀਦ ਲਿਆ ਸਾਰਾ ਮੀਡੀਆ, ਵੀ ਹੁਣ ਇਹਨਾਂ ਤੇ ਆਪਾਂ ਕਿਵੇਂ ਕੰਟਰੋਲ ਕਰੀਏ, ਇੱਥੇ ਸਾਡੀ ਮਿੱਟੀ ਭੰਡੀ ਜਾਂਦੀ ਹੈ, ਇੱਥੇ ਸਾਡੀ ਅਸਲੀਅਤ ਸਾਹਮਣੇ ਆਉਂਦੀ ਹੈ। ਜੀ ਬਿਲਕੁਲ। ਹੁਣ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਦੇ ਕੁਝ ਅੱਗ ਲਾਊ ਜੰਤਰ ਕਥਿਤ ਰੂਪ ਦੇ ਵਿੱਚ ਆਹ ਕੁਝ ਕਰ ਰਹੇ ਸੀ, ਹੁਣ ਉਸ 'ਚ ਜਦੋਂ ਕਾਂਗਰਸ ਨੇ ਲੈਟਰ ਲਿਖੀ, ਉਧਰੋਂ ਮਮਤਾ ਬੈਨਰਜੀ ਨੇ ਵੀ ਫੇਸਬੁੱਕ ਤੇ CEO ਨੂੰ ਲੈਟਰ ਲਿਖੀ। ਹੁਣ ਇਹ ਖਬਰ ਆਈ ਹੈ ਕਿ ਇੱਕ ਟੀ ਰਾਜਾ ਹੁੰਦਾ ਸੀ ਬੀਜੇਪੀ ਦਾ, ਉਹ ਬਹੁਤ ਜ਼ਿਆਦਾ ਇੱਥੇ ਇਸ ਤਰ੍ਹਾਂ ਦਾ ਮਤਲਬ ਜ਼ਹਿਰ ਫੈਲਾਉਣ ਵਾਲੀਆਂ ਗੱਲਾਂ ਕਰਦਾ ਸੀ, ਉਹਦਾ ਅਕਾਊਂਟ ਤੱਕ ਬੰਦ ਕਰਤਾ ਹੈ। ਪਰ ਜਿਹੜੇ ਲੱਖਾਂ ਟੀ ਰਾਜੇ ਹੋਰ ਤੁਰੇ ਫਿਰਦੇ ਆ, ਜਿਹੜੇ ਉੱਥੇ ਲਗਾਤਾਰ ਅੱਗ ਲਾਈ ਤੁਰੀ ਜਾਂਦੇ ਆ, ਜਿਹੜੇ ਤੁਹਾਨੂੰ ਜਿਹੜਾ ਮਤਲਬ ਤੁਹਾਡੀ ਪਾਰਟਿਕੂਲਰ ਪਾਰਟੀ ਦੀ ਭਾਸ਼ਾ ਨਹੀਂ ਬੋਲਦਾ, ਉਹਨੂੰ ਦੇਸ਼ ਧਰੋਹੀ ਕਰਾ ਦੇ ਰਹੇ ਆ, ਉਹਨਾਂ ਵਾਸਤੇ ਤੁਸੀਂ ਕਿਸ ਤਰ੍ਹਾਂ ਦੇ ਫੈਸਲੇ ਲਾਓਗੇ? ਸੋ ਇਸ ਵੇਲੇ ਜਿਹੜੀ ਫੇਸਬੁੱਕ ਹੈ ਇਹ ਚੰਗਾ ਪਲੇਟਫਾਰਮ ਹੈ, ਔਰ ਮੈਂ ਸਮਝਦਾ ਕਿ ਇਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਆਪਣਾ ਕੈਲੀਬਰ ਜੇਕਰ ਬਚਾ ਕੇ ਰੱਖਣਾ, ਆਪਣਾ ਸਟੇਟਸ ਜੇਕਰ ਬਚਾ ਕੇ ਰੱਖਣਾ, ਤਾਂ ਇਹਨਾਂ ਨੂੰ ਐਨ ਪੂਰਾ ਬੈਲੈਂਸ ਬਣਾ ਕੇ ਚੱਲਣਾ ਪਊਗਾ। ਨਹੀਂ ਤਾਂ ਅੱਜ ਆਵਾਜ਼ ਇੱਥੇ ਉੱਠੀ ਹੈ, ਕੱਲ ਨੂੰ ਕਿਤੇ ਹੋਰ ਉੱਠੂਗੀ, ਪਰਸੋਂ ਨੂੰ ਕਿਤੇ ਹੋਰ ਉੱਠੂਗੀ। ਇਹ ਉਸੇ ਤਰੀਕੇ ਨਾਲ ਜਿਵੇਂ ਸਾਡੇ ਮੀਡੀਆ ਦਾ ਕਿਰਦਾਰ ਗੁੰਮ ਹੋਇਆ, ਕਿਤੇ ਫੇਸਬੁੱਕ ਨੂੰ ਆਪਣਾ ਗਵਾ ਕੇ ਬੈਜੇ। ਆਪਣੀਆਂ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਹਰਪ੍ਰੀਤ ਜੀ। ਜੇ ਅਸੀਂ ਇੱਥੇ ਦੇਖੀਏ, ਮਾਰਕ ਜ਼ੁਕਰਬਰਗ ਨੂੰ ਅਮਰੀਕਾ ਦੀ ਜਿਹੜੀ ਸੰਸਦ ਹੈਗੀ ਹੈ, ਉਹਨਾਂ ਨੇ ਬਹੁਤ ਵਾਰੀ ਜਿਵੇਂ ਕਹਿੰਦੇ ਨੇ ਰੋਸਟ ਕੀਤਾ ਹੈਗਾ, ਬਿਠਾ ਕੇ ਬਹੁਤ ਸਾਰੇ ਕੁਐਸਚਨ ਉਹਨਾਂ ਤੋਂ ਪੁੱਛੇ ਗਏ ਹੈਗੇ ਆ, ਪਰ ਹਮੇਸ਼ਾ ਬਚ ਨਿਕਲਦੇ ਹੈਗੇ ਕਿ ਕਿਸ ਤਰ੍ਹਾਂ ਐਡਸ ਚੱਲਦੀਆਂ ਨੇ, ਕਿਸ ਤਰ੍ਹਾਂ ਕਿਹੜੇ ਆਧਾਰ ਦੇ ਉੱਤੇ ਐਡਸ ਚੱਲਦੀਆਂ ਨੇ, ਕਿਸ ਤਰ੍ਹਾਂ ਪੇਜ ਜਿਹੜੇ ਬਣਾਏ ਜਾਂਦੇ ਨੇ। ਪ੍ਰਾਈਵੇਸੀ ਦੇ ਬਾਰੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨੇ ਸਾਹਮਣੇ ਆਈਆਂ ਨੇ। ਇਲੈਕਸ਼ਨ ਮੈਡਲਿੰਗ ਜਦੋਂ ਰਸ਼ੀਆ ਦੀ ਆਈ ਸੀ, ਉਸ ਤੋਂ ਬਾਅਦ ਵੀ ਜਿਹੜਾ ਰੌਲਾ ਪਿਆ ਹੈਗਾ ਫੇਸਬੁੱਕ ਦੇ ਉੱਤੇ, ਇਲੈਕਸ਼ਨ ਕੈਂਪੇਨਸ ਵੀ ਰੱਦ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਜਿਵੇਂ ਕੈਂਪੇਨ ਚੱਲਦੀਆਂ ਸੀ, ਜੇ ਅਸੀਂ ਆਪਣੀ ਇੱਥੇ ਫੈਡਰਲ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ ਵੀ ਫੇਸਬੁੱਕ ਦੇ ਉੱਤੇ ਕੋਈ ਵੀ ਐਡ ਪਾਉਣੀ ਬੰਦ ਕਰ ਦਿੱਤੀ ਗਈ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਫੇਸਬੁੱਕ ਦੇ ਰਿਲੇਟਡ ਵੀ ਸਾਹਮਣੇ ਆਉਂਦੀਆਂ ਨੇ। ਟਵਿੱਟਰ ਦੀ ਜੇ ਅਸੀਂ ਗੱਲ ਕਰ ਲਈਏ, ਟਵਿੱਟਰ ਨੇ ਤਾਂ ਟਰੰਪ ਦਾ ਅਕਾਊਂਟ ਬਹੁਤ ਵਾਰੀ ਸਸਪੈਂਡ ਕੀਤਾ, ਪਰ ਚਲਾ ਦਿੰਦੇ ਸੀਗੇ ਬਾਅਦ ਵਿੱਚ। ਜਿਵੇਂ ਇੱਕ ਦਿਨ ਦੇ ਲਈ ਟਰੰਪ ਦੇ ਬੇਟੇ ਦਾ ਜਿਹੜਾ ਹੈਗਾ ਆ ਅਕਾਊਂਟ, ਉਹ ਪਿਛਲੇ ਮਹੀਨੇ ਹੀ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਇੰਨੇ ਘੰਟੇ ਦੇ ਲਈ ਉਹ ਐਕਸੈਸ ਨਹੀਂ ਕਰ ਪਾਊਗਾ। ਸੋ ਇਦਾਂ ਦੀਆਂ ਚੀਜ਼ਾਂ ਇਹ ਹੈ ਕਿ ਪਾਰਦਰਸ਼ਤਾ ਜਿਹੜੀ ਟਰਾਂਸਪੇਰੈਂਸੀ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ। ਇਹ ਨਹੀਂ ਦੇਖਣਾ ਚਾਹੀਦਾ ਇਹੋ ਜਿਹੇ ਪਲੇਟਫਾਰਮਸ ਨੂੰ ਕਿ ਉਹ ਦੇਸ਼ ਨੂੰ ਚਲਾ ਰਿਹਾ ਹੈਗਾ ਜਾਂ ਦੇਸ਼ ਦਾ ਆਮ ਆਦਮੀ ਹੈਗਾ ਆ। ਸਾਰਿਆਂ ਦੇ ਲਈ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਸੇਮ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਜਿਹਨੇ ਤੁਹਾਨੂੰ ਪੇ ਕੀਤਾ ਹੈ ਜਾਂ ਜਿਹਦੇ ਤੋਂ ਤੁਸੀਂ ਪੈਸੇ ਲਏ ਆ ਸਿਰਫ ਉਹਨੂੰ ਹੀ ਤੁਸੀਂ ਵਧਾ ਚੜਾ ਕੇ ਦਿਖਾ ਸਕਦੇ ਆ, ਤੇ ਜਿਹਨੇ ਨਹੀਂ ਦਿੱਤੇ ਹੈਗੇ ਤੇ ਉਹਨੂੰ ਤੁਸੀਂ ਕੁਝ ਸਮਝਦੇ ਨਹੀਂ ਹੈਗੇ। ਸੋ ਹੁਣ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਵੀ ਸਾਹਮਣੇ ਆਉਂਦੀਆਂ ਕਿ ਪੇਡ ਵਿਊਜ਼ ਜਿਵੇਂ ਹੁੰਦੇ ਨੇ, ਜਾਂ ਪੇਡ ਤੁਸੀਂ ਵਿਊਜ਼ ਲੈ ਸਕਦੇ ਆ, ਪੇਡ ਤੁਸੀਂ ਐਡ ਪਾ ਸਕਦੇ ਹੈਗੇ ਆ। ਸੋ ਜਿਹੜਾ ਇਹ ਮੀਡੀਆ ਹੈਗਾ, ਮੈਨੂੰ ਲੱਗਦਾ ਹੌਲੀ ਹੌਲੀ ਦੂਜੇ ਮੀਡੀਆ ਦੇ ਵਾਂਗੂ ਇਹ ਵੀ ਉਸ ਤਰ੍ਹਾਂ ਦਾ ਹੀ ਹੋਣ ਵਾਲਾ ਹੈ ਕਿ ਜਿਹਨੇ PR ਜਿਹਦੀ ਟੀਮ ਨੇ ਉਹਨੂੰ ਜ਼ਿਆਦਾ ਪੈਸੇ ਦਿੱਤੇ ਨੇ ਉਹਦੀ ਚੜ੍ਹਾਈ ਆ, ਤੇ ਦੂਜੇ ਦੀ ਕੋਈ ਵੀ ਚੜ੍ਹਾਈ ਨਹੀਂ ਹੈਗੀ। ਨਾਲ ਹੁਣ ਅਸੀਂ ਭਾਰਤ ਦੀ ਜੇ ਗੱਲ ਕਰਦੇ ਹਾਂ, ਭਾਰਤ ਤੇ ਚਾਈਨਾ ਦੇ ਜਿਹੜੇ ਸਬੰਧ ਹੈਗੇ ਆ ਉਹ ਪਹਿਲੇ ਦਿਨਾਂ ਤੋਂ ਹੀ, ਹੁਣ ਜੇ ਅਸੀਂ ਪਿਛਲੇ ਦਿਨਾਂ ਦੀ ਗੱਲ ਕਰੀਏ, ਉਹ ਵਧੀਆ ਨਹੀਂ ਦੇਖੇ ਗਏ। ਜਦੋਂ ਅਸੀਂ ਭਾਰਤੀ ਸੈਨਾ ਦੀ ਗੱਲ ਕਰਦੇ ਹੈਗੇ ਆ ਤੇ ਚਾਈਨੀਜ਼ ਜਿਹੜੇ ਹੈਗੇ ਉਹ ਘੁਸਪੈਠ ਕਰਦੇ ਰਹਿੰਦੇ ਹੈਗੇ ਆ ਬਾਰਡਰ ਦੇ ਉੱਤੇ। ਨਾਲ ਹੁਣ ਉਹ ਗੁੱਸਾ ਕੱਢਣ ਦੇ ਲਈ ਪ੍ਰਧਾਨ ਮੰਤਰੀ ਦੇ ਵੱਲੋਂ ਐਪਸ ਬੰਦ ਕਰ ਦਿੱਤੀਆਂ ਗਈਆਂ ਸੀ। ਹੁਣ ਲੋਕ ਜਿਹੜੇ ਰੋ ਰਹੇ ਹੈਗੇ ਆ PUBG ਨੂੰ ਲੈ ਕੇ, ਉਹ ਵੀ ਹੁਣ ਬੈਨ ਕਰ ਦਿੱਤੀ ਗਈ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਜੇ ਅਸੀਂ ਬਾਰਡਰ ਦੀ ਗੱਲ ਕਰੀਏ, ਉੱਥੇ ਫਿਰ ਚਾਈਨੀਜ਼ ਦੇ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਜ਼ਾ ਮਸਲਾ ਕੀ ਹੈ, ਕੀ ਕੁਝ ਹੋ ਰਿਹਾ, ਕਿਉਂਕਿ ਉਹ ਅਜੇ ਵੀ ਜਾਰੀ ਹੈ ਉਹ ਜਿਹੜੀ ਤਕਰਾਰ ਇੱਕ ਦੂਜੇ ਦੇ ਨਾਲ। ਦੇਖੋ ਅਰਸ਼ੀ, ਭਾਰਤ ਔਰ ਪਾਕਿਸਤਾਨ ਦਾ ਮਾਮਲਾ ਤਾਂ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ। ਜਦੋਂ ਤੋਂ 1947-48 ਤੋਂ ਸਾਡੇ ਦੋ ਹੀ ਮੁਲਕ ਅਲੱਗ ਹੋਏ ਆ, ਕਈ ਯੁੱਧ ਹੋਲੇ, ਯੁੱਧ ਦੇ ਵਿੱਚ ਬਣਿਆ ਕੁਛ ਨਹੀਂ। ਚਾਈਨਾ ਦੇ ਨਾਲ ਵੀ ਸਾਡੇ ਸੰਬੰਧ ਚੰਗੇ ਨਹੀਂ ਰਹੇ। 1962 ਦੇ ਵਿੱਚ ਚਾਈਨਾ ਨੇ ਸਾਡੇ ਤੇ ਹਮਲਾ ਕੀਤਾ, ਸਾਡਾ ਬਹੁਤ ਨੁਕਸਾਨ ਹੋਇਆ, ਅਸੀਂ ਉਹ ਯੁੱਧ ਹਾਰ ਗਏ ਸੀ। ਪਰ ਫਿਰ ਸਮਾਂ ਤਬਦੀਲ ਹੋਇਆ ਜੀ। ਸਮਾਂ ਤਬਦੀਲ ਹੋਣ ਤੋਂ ਬਾਅਦ ਭਾਰਤ ਦੀ ਸੈਨਾ ਬੜੀ ਸਟਰੋਂਗ ਹੋਈ, ਔਰ ਇਸ ਵੇਲੇ ਖਾਸ ਤੌਰ ਤੇ ਭਾਰਤ ਆਪਣਾ ਇੱਕ ਮੁਕਾਮ ਰੱਖਦਾ ਆਰਮੀ ਦੇ ਵਿੱਚ ਜੀ, ਦੁਨੀਆ ਭਰ ਦੇ ਵਿੱਚ ਇਸ ਦਾ ਨਾਂ ਹੈ। ਪਰ ਜਿਸ ਤਰੀਕੇ ਨਾਲ ਸਾਡੀ ਆਰਮੀ ਨੂੰ ਜਿਹੜੀ ਕਿ ਸਾਡੇ ਦੇਸ਼ ਦਾ ਮਾਣ ਹੈ, ਸਨਮਾਨ ਹੈ, ਉਹਨੂੰ ਪੋਲੀਟੀਕਲ ਤੌਰ ਤੇ ਵਰਤਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਇਹ ਬੜਾ ਘਾਤਕ ਹੈ ਸਾਡੇ ਮੁਲਕ ਵਾਸਤੇ। ਜਦੋਂ ਤੁਸੀਂ ਧਰਮ ਨੂੰ ਵਰਤਣਾ ਸ਼ੁਰੂ ਕਰ ਦਿਓ, ਜਦੋਂ ਇਹ ਤਾਕਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵਰਤਣਾ ਸ਼ੁਰੂ ਕਰ ਦਿਓ, ਜਦੋਂ ਜੁਡੀਸ਼ਰੀ ਦੇ ਵਿੱਚ ਘੁਸਪੈਠ ਕਰ ਲਓ, ਫਿਰ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦਾ ਭਵਿੱਖ ਕੋਈ ਬਹੁਤਾ ਚੰਗਾ ਨਹੀਂ ਹੋਣਾ। ਹੁਣ ਗੱਲ ਹੈਗੀ ਹੈ
ਕਿ ਭਾਰਤ ਦਾ ਪਿਛਲੇ ਸਮੇਂ 'ਚ ਜਦੋਂ ਤੋਂ ਖਾਸ ਤੌਰ ਤੇ ਮੋਦੀ ਸਾਹਿਬ ਨੂੰ ਅੱਗੇ ਲਿਆਂਦਾ ਗਿਆ, ਇਹ ਐਂ ਲੱਗਦਾ ਕਿ ਇਹ ਤੋਂ ਪਹਿਲਾਂ ਤਾਂ ਭਾਰਤ ਹੈ ਹੀ ਨਹੀਂ ਸੀ। ਬਸ ਮੋਦੀ ਆਏ, ਦੀਵਾ ਰਗੜਿਆ, ਮੋਦੀ ਨੇ ਇੱਥੇ ਕਾਲਜ ਪੈਦਾ ਕਰਤੇ, ਮੋਦੀ ਨੇ ਇੱਥੇ ਸੈਨਾ ਖੜੀ ਕਰਤੀ, ਮੋਦੀ ਨੇ ਇੱਥੋਂ ਟੈਂਕ ਲਿਆਂਦੇ, ਮੋਦੀ ਉਹ ਜਹਾਜ਼ ਲਿਆਇਆ। ਪਹਿਲਾਂ ਤਾਂ ਸ਼ਾਇਦ ਡੰਡਿਆਂ ਨਾਲ ਲੜਦੇ ਹੁੰਦੇ ਸੀ ਜਾਂ ਫਿਰ ਇੱਕ ਦੂਸਰੇ ਡਲੇ ਮਾਰਿਆ ਕਰਦੇ ਸੀ। ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਸਾਰੀਆਂ ਚੀਜ਼ਾਂ ਨੇ ਹਾਲਾਤ ਇੱਦਾਂ ਦੇ ਬਣਾਤੇ ਕਿ ਪਹਿਲਾਂ ਜਿਹੜੀ ਚਾਈਨਾ ਦੀ ਆਰਮੀ ਸੀ, ਚਾਈਨਾ ਦੀ ਆਰਮੀ ਸਾਡੇ ਨਾਲ ਪਹਿਲਾਂ ਵੀ ਇਹ ਗੜਬੜ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਸਨ 2012-13 ਦੇ ਵਿੱਚ ਵੀ ਚਾਈਨਾ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਸੀ ਜੀ। ਉਸ ਵੇਲੇ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਬਾਕੀ ਦੀ ਬੀਜੇਪੀ ਸੜਕਾਂ ਤੇ ਬੈਠ ਕੇ ਪੈਰ ਰਗੜਨ ਲੱਗੀ ਸੀ, ਗੋਡੇ ਘਸਾਉਣ ਲੱਗੀ ਸੀ ਵੀ ਆਹ ਕੀ ਕਰਤਾ, ਦੇਸ਼ ਤਾਂ ਬਰਬਾਦ, ਦੇਸ਼ ਤੇ ਸਾਨੂੰ ਸਥਿਤੀ ਨਹੀਂ ਦੱਸੀ ਜਾ ਰਹੀ, ਗੋਡੇ ਟੇਕ ਕੇ ਬੈਠ ਕੇ ਚਾਈਨਾ ਦੇ ਅੱਗੇ। ਫਿਰ ਜਦੋਂ 2019 ਜਦੋਂ ਚਲੋ ਪ੍ਰਧਾਨ ਮੰਤਰੀ 2014 ਚ ਬਣ ਗਏ, ਫਿਰ ਹਰ ਰੋਜ਼ ਪਾਕਿਸਤਾਨ ਦੇ ਖਿਲਾਫ ਸਾਡੇ ਪ੍ਰਾਈਮ ਟਾਈਮ ਦੇ ਵਿੱਚ ਡਿਸਕਸ਼ਨਾਂ ਚੱਲ ਰਹੀਆਂ ਨੇ, ਪਾਕਿਸਤਾਨ ਨੂੰ ਮਾਰ ਦਾਂਗੇ, ਰਗੜ ਦਾਂਗੇ, ਛੱਡਦੇ ਨਹੀਂ, ਭੱਜਣ ਨਹੀਂ ਦਿੰਦੇ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬਾਲਾਕੋਟ ਹੋਇਆ, ਚੋਣ ਜਿੱਤ ਗਏ ਜੀ। ਹੁਣ ਉਹੀ ਚਾਈਨੀਜ਼ ਆਰਮੀ ਸਾਡੀਆਂ ਘਾਟੀਆਂ ਦੇ ਵਿੱਚ ਆ ਕੇ ਸਾਡੇ ਮਤਲਬ ਸਾਡੇ ਘੁਸਪੈਠ ਕਰ ਰਹੀ ਹੈ ਜੀ। ਹੁਣ ਉਸ ਮਾਮਲੇ ਦੇ ਵਿੱਚ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਕਰਿਆ ਬੈਠਾ ਜੀ। ਲੋਕਾਂ 'ਚ ਗੁੱਸਾ ਹੋਣਾ ਲਾਜ਼ਮੀ ਹੈ। ਸੋਸ਼ਲ ਮੀਡੀਆ ਜਿਸ ਨੂੰ ਹੁਣ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਸੋਸ਼ਲ ਮੀਡੀਆ ਤੇ ਉਹੀ YouTube ਦੀਆਂ ਪੁਰਾਣੀਆਂ ਰਿਕਾਰਡਿੰਗਾਂ ਕੱਢ ਲੋਕ ਲਾ ਰਹੇ ਆ ਕਿ ਉਸ ਵੇਲੇ ਤੁਹਾਡਾ ਹਾਲ ਕੀ ਸੀ, ਹੁਣ ਤੁਹਾਡਾ ਹਾਲ ਕੀ ਹੈ। ਹੁਣ ਜਦੋਂ ਸਾਡੇ 20 ਜਵਾਨ ਅਸੀਂ ਗਵਾਏ ਗਲਵਾਨ ਦੇ ਵਿੱਚ ਜਿਹੜਾ ਝਗੜਾ ਹੋਇਆ, ਹਾਲਾਂਕਿ ਚਾਈਨਾ ਦਾ ਕਿੰਨਾ ਨੁਕਸਾਨ ਹੋਇਆ ਚਾਈਨਾ ਨੇ ਕਦੇ ਨਹੀਂ ਦੱਸਿਆ ਨਾ। ਇਸ ਵੇਲੇ ਦੀ ਜਿਹੜੀ 29-30 ਅਗਸਤ ਨੂੰ ਉਹਨਾਂ ਨੇ ਫਿਰ ਪੈਂਗੋਂਗ ਝੀਲ ਦੇ ਕੋਲ ਜਿਹੜਾ ਫਿਰ ਉਹਨਾਂ ਨੇ ਸਥਿਤੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਡਾ ਕਿੰਨਾ ਕਲੈਸ਼ ਹੋਇਆ, ਸਾਡਾ ਕੀ ਨੁਕਸਾਨ ਹੋਇਆ ਕਿ ਨਹੀਂ ਹੋਇਆ, ਉਹਨਾਂ ਦਾ ਨੁਕਸਾਨ ਹੋਇਆ ਕਿ ਨਹੀਂ ਹੋਇਆ, ਇਹ ਅਜੇ ਤੱਕ ਪੂਰਨ ਰੂਪ ਵਿੱਚ ਇੱਥੇ ਪਰਦਾ ਪਿਆ ਹੋਇਆ। ਪਰ ਮੌਜੂਦਾ ਸਥਿਤੀ ਦੇ ਵਿੱਚ ਭਾਰਤ ਨੂੰ ਇਸ ਗੱਲ ਦਾ ਪਤਾ ਹੈ, ਭਾਰਤ ਦੀ ਆਰਮੀ ਨੂੰ ਇਸ ਗੱਲ ਦਾ ਪਤਾ ਹੈ ਕਿ ਪਹਿਲਾਂ ਚਾਈਨਾ ਸਾਡੇ ਨਾਲ ਕਈ ਵਾਰੀ ਧੋਖਾ ਕਰ ਚੁੱਕਿਆ, ਆਪਾਂ ਨੂੰ ਇਸ ਤੋਂ ਸਤਰਕ ਰਹਿਣ ਦੀ ਲੋੜ ਹੈ। ਹੁਣ ਖਾਸ ਤੌਰ ਤੇ ਜੇਕਰ ਮੈਂ ਤੁਹਾਨੂੰ ਚਰਚਾ ਕਰਾਂ ਉੱਥੇ ਜਿਹੜਾ ਖਾਸ ਤੌਰ ਤੇ ਆਪਾਂ ਪਿਛਲੇ ਦਿਨਾਂ ਚਰਚਾ ਕਰਦੇ ਸੀ ਕਿ ਫਿੰਗਰ 4, ਫਿੰਗਰ 5, 6, 7 ਐਂਡ 8 4 ਤੇ LAC ਜਿਹੜੀ ਚਾਈਨਾ ਕਹਿੰਦੀ ਹੈ ਕਿ LAC ਇੱਥੇ ਹੋਣੀ ਚਾਹੀਦੀ ਹੈ, ਭਾਰਤ ਕਹਿੰਦੀ ਹੈ ਕਿ 8 ਤੇ ਹੋਣੀ ਚਾਹੀਦੀ ਹੈ। ਦੋਵਾਂ ਦੇ ਆਪੋ ਆਪਣੇ ਦਾਅਵੇ ਨੇ। ਉਹਨਾਂ ਦੇ ਵਿੱਚ ਵੀ ਫਿਰ ਪੈਂਗੋਂਗ ਝੀਲ ਨਿਕਲਦੀ ਹੈ। ਉਹਦੇ ਦੋ ਪਾਰਟ ਨੇ, ਇੱਕ ਪਾਰਟ ਹੈਗਾ ਨਾਰਥ, ਇੱਕ ਹੈਗਾ ਸਾਊਥ। ਹੁਣ ਨਾਰਥ ਦੇ ਵਿੱਚ ਤਾਂ ਚਾਈਨਾ ਆ ਕੇ ਸਾਡੀ ਫਿੰਗਰ 4, ਫਿੰਗਰ 5 ਤੇ ਆ ਕੇ ਬੈਠ ਗਈ, ਹਾਲਾਂਕਿ ਸਾਡੇ ਵੱਲੋਂ ਇਹ ਗੱਲ ਕੀਤੀ ਨਹੀਂ ਜਾ ਰਹੀ ਵੀ ਕੀ ਕਾਰਨ ਹੋਇਆ ਕਿ ਮੈਂ ਆ ਕੇ ਬੈਠ ਗਈ। ਹਾਂ, ਜਿਹੜਾ ਸਾਊਥ ਵਾਲਾ ਹੈ, ਖਾਸ ਤੌਰ ਤੇ ਜਿਹੜਾ ਥਾਂਕੂੰਗ ਹਿੱਲ ਪੈਂਦੀਆਂ ਨੇ ਉੱਧਰ, ਜਿਹੜੀਆਂ ਅਸੀਂ ਜਦੋਂ ਸਾਊਥ ਵੱਲ ਨੂੰ ਆਉਣ ਲੱਗਦੇ ਨੇ, ਉਚਾਈ ਦੀਆਂ ਪਹਾੜੀਆਂ ਨੇ, ਉੱਥੇ ਸਾਡੀ ਆਰਮੀ ਉੱਥੇ ਬੈਠ ਗਈ ਹੈ। ਨਾਲ ਫਿਰ ਚੂਸਲ ਹਿੱਲ ਜਿਹੜੀ ਬੜੀ ਇੰਪੋਰਟੈਂਟ ਹੈ, ਇਹ ਬੜੀ ਇੰਪੋਰਟੈਂਟ ਹਿੱਲ ਹੈ। ਜੇਕਰ ਇੱਥੇ ਸਾਡੀ ਆਰਮੀ ਜਿੱਥੇ ਹੁਣ ਬੈਠੀ ਹੈ, ਜੇਕਰ ਨਾ ਹੁੰਦੀ ਤਾਂ ਚਾਈਨੀਜ਼ ਸਾਨੂੰ ਨੁਕਸਾਨ ਪਹੁੰਚਾ ਕੇ ਅੱਗੇ ਆ ਸਕਦੇ ਸੀ। ਚਾਈਨਾ ਹੁਣ ਇਸ ਗੱਲ ਤੇ ਕਾਫੀ ਤਪਿਆ ਵੀ ਹੋਇਆ। ਫਿਰ ਸਾਡੀ ITBT ਦੀ ਹਿਲਸ ਨੇ, ਇੱਕ ਮਗਰ ਹਿਲਸ ਨੇ, ਇਹ ਸਾਰੀਆਂ ਨੇ ਜਿਹੜੀਆਂ ਉਚਾਈ ਤੇ ਸਾਡੀ ਆਰਮੀ ਸਾਊਥ ਦੇ ਵਿੱਚ ਬੈਠ ਗਈ ਹੈ। ਖਾਸ ਤੌਰ ਤੇ ਇੱਕ ਹੈਗਾ ਸੀ ਰੇਜਲਾ ਤੇ ਰੈਚਿਲਾ, ਇਹ ਦੋ ਸਾਡੀਆਂ ਇਸ ਤਰ੍ਹਾਂ ਦੀਆਂ ਸਾਊਥ ਦੇ ਵਿੱਚ ਉਹ ਪਹਾੜੀ ਹਿਲਸ ਨੇ, ਉਹ ਥਾਵਾਂ ਨੇ ਜਿੱਥੇ 1962 ਦੇ ਵਿੱਚ ਜਦੋਂ ਚਾਈਨਾ ਨੇ ਸਾਡੇ ਤੇ ਅਟੈਕ ਕੀਤਾ, ਇੱਥੇ ਬੜਾ ਕਲੈਸ਼ ਹੋਇਆ ਸੀ ਸਾਡੇ ਦੋਵੇਂ ਮੁਲਕਾਂ ਦਾ। ਹੁਣ ਇਹਨਾਂ ਦੇ ਇਨ ਬਿਟਵੀਨ ਇੱਕ ਦਰਾ ਪੈਂਦਾ 2 ਕਿਲੋਮੀਟਰ ਚੌੜਾ। ਉਸ ਦਰਾ ਇੱਕ ਸਮਤਲ ਏਰੀਆ, ਇਸ ਏਰੀਆ ਦੇ ਵਿੱਚ ਬਾਕੀ ਤਾਂ ਸਾਰੇ ਪਹਾੜੀ ਨੇ ਜਾਂ ਫਿਰ ਉੱਥੋਂ ਦੀ ਲੇਕ ਨਿਕਲਦੀਆਂ ਨੇ ਜਾਂ ਝੀਲ ਨਿਕਲਦੀਆਂ ਨੇ। ਉਹ ਦਰਾ ਸਮਤਲ ਹੈ ਜਿੱਥੇ ਟੈਂਕ ਖੜਾਏ ਜਾ ਸਕਦੇ ਆ। ਉੱਥੇ ਚਾਈਨਾ ਨੇ ਵੀ ਆਪਣੇ ਟੈਂਕ ਖੜਾਏ ਹੋਏ ਆ, ਇੰਡੀਆ ਨੇ ਵੀ ਆਪਣੇ ਟੈਂਕ ਖੜਾਤੇ ਆ। ਇਸ ਸਥਿਤੀ ਦੇ ਵਿੱਚ ਸਾਡੇ ਥਲ ਸੈਨਾ ਦੇ ਮੁਖੀ ਨਰਮਨੇ ਸਾਹਿਬ ਦੌਰਾ ਕਰਕੇ ਆਏ ਆ। ਉਹਨਾਂ ਨੇ ਕਿਹਾ ਕਿ ਸਥਿਤੀ ਨਾਜ਼ੁਕ ਹੈ, ਚਿੰਤਾ ਦਾ ਵਿਸ਼ਾ ਹੈ, ਪਰ ਭਾਰਤ ਹਰ ਪੱਖੋਂ ਹਰ ਚੀਜ਼ ਦਾ ਫੈਸਲਾ ਸਾਹਮਣਾ ਕਰਨ ਵਾਸਤੇ ਤਿਆਰ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਸਭ ਦੀ ਨਿਗਾਹ ਇਸ ਗੱਲ ਤੇ ਲੱਗੀ ਹੋਈ ਹੈ ਕਿ ਜਦੋਂ ਸਾਡੇ ਵਾਲੀ ਹੁਣ ਉੱਚੀ ਵਾਲੀ ਪਹਾੜੀ ਤੇ ਸਾਡਾ ਭਾਰਤ ਦਾ ਹਿੱਸਾ ਹੱਥ ਜਿਹੜਾ ਉੱਥੋਂ ਸਟਰੋਂਗ ਹੈ, ਹਾਲਾਂਕਿ ਨਾਰਥ ਦੇ ਵਿੱਚ ਤਾਂ ਆਮਣੇ ਸਾਹਮਣੇ ਫੌਜਾਂ ਬੈਠੀਆਂ ਨੇ। ਸੋ ਇਸ ਲੈਵਲ ਤੇ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਹਾਈ ਲੈਵਲ ਦੀ ਮੀਟਿੰਗ ਤਾਂ ਹੋ ਰਹੀਆਂ ਨੇ, ਪਰ ਉਹਨਾਂ 'ਚ ਫੈਸਲਾ ਕੋਈ ਨਹੀਂ ਹੋ ਰਿਹਾ। ਪਰਮਾਤਮਾ ਸੁੱਖ ਰੱਖੇ, ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ, ਦੋਵੇਂ ਦੇਸ਼ਾਂ ਦਾ ਕੋਈ ਨਾ ਕੋਈ ਹੱਲ ਨਿਕਲ ਜੇ, ਕਿਉਂਕਿ ਮਾਰਕਾਟ 'ਚ ਐਂਡ 'ਚ ਆ ਕੇ ਨੁਕਸਾਨ ਕਰਾ ਕੇ
ਜਾਨਾਂ ਗਵਾ ਕੇ ਟੇਬਲ ਤੇ ਬਹਿ ਕੇ ਗੱਲਾਂ ਹੁੰਦੀਆਂ ਜੀ ਬਿਲਕੁਲ। ਤੇ ਨਾਲ ਹੁਣ ਅਸੀਂ ਭਾਰਤ ਦੀ ਬਾਰੇ ਤਾਂ ਗੱਲ ਕਰ ਰਹੇ ਹੈਗੇ ਆ, ਪੰਜਾਬ ਦੇ ਬਾਰੇ ਗੱਲ ਕਰ ਰਹੇ ਹਾਂ। ਪੰਜਾਬ ਦੇ ਵਿੱਚ ਹੁਣ ਕਾਂਗਰਸ ਦੀ ਸਰਕਾਰ ਹੈਗੀ ਹੈ ਤੇ ਅਰੂਸਾ ਆਲਮ ਦਾ ਜਦੋਂ ਨਾਮ ਆਉਂਦਾ ਤਾਂ ਕੈਪਟਨ ਸਾਹਿਬ ਦਾ ਜਿਹੜਾ ਨਾਮ ਆ ਜਾਂਦਾ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ, ਲੋਕਾਂ ਨੇ ਵਿਅੰਗ ਵੀ ਜਿਹੜੇ ਬਣਾਏ ਹੋਏ ਆ ਉਹਨਾਂ ਨੂੰ ਲੈ ਕੇ। ਇੱਕ ਵਾਰ ਫਿਰ ਤੋਂ ਉਹਨਾਂ ਦਾ ਮੁੱਦਾ ਜਿਹੜਾ ਗੁਰਮਾ ਗਿਆ ਹੈਗਾ ਪੰਜਾਬ ਦੇ ਵਿੱਚ। ਕੀ ਪੂਰਾ ਮਾਮਲਾ? ਮੁੱਦਾ ਤਾਂ ਅੱਜ ਗੁਰਮਾਇਆ, ਚਾਹੀਦਾ ਤਾਂ ਪਹਿਲੇ ਦਿਨ ਤੋਂ ਹੀ ਸੀਗਾ ਜੀ, ਪਰ ਸਾਡੇ ਭਾਰਤ ਦੇ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ, ਸਾਡੇ ਕੁੱਬਤਾਂ ਪੈ ਗਈਆਂ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੀ ਨਹੀਂ। ਉਹਦਾ ਕਾਰਨ ਇਹ ਹੈ ਕਿਉਂਕਿ ਜਦੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਗੱਠਜੋੜ ਸਰਕਾਰ ਪੰਜਾਬ ਦੇ ਵਿੱਚ ਰਾਜ ਕਰਦੀ ਸੀ ਜੀ, ਉਹਨਾਂ ਦੀਆਂ ਹਿਮਾਕਤਾਂ, ਉਹਨਾਂ ਦੀਆਂ ਗਲਤੀਆਂ ਇੰਨੀਆਂ ਜ਼ਿਆਦਾ ਸੀ ਔਰ ਕੈਪਟਨ ਅਮਰਿੰਦਰ ਦਾ ਵਜੂਦ ਕੱਦ ਬਹੁਤ ਵੱਡਾ ਸੀ ਔਰ ਲੋਕ ਸਮਝਦੇ ਸੀ ਕਿ ਕੈਪਟਨ ਅਮਰਿੰਦਰ ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਵਾਸਤੇ ਆਉਣਗੇ ਤਾਂ ਪੰਜਾਬ ਦੀ ਦਿਸ਼ਾ ਉਹ ਤੈਅ ਕਰਨਗੇ। ਲੋਕਾਂ ਨੇ ਬੜਾ ਵਿਸ਼ਵਾਸ ਜਤਾਇਆ ਕਿ ਕੈਪਟਨ ਅਮਰਿੰਦਰ ਨੂੰ 77-78 ਸੀਟਾਂ ਦਵਾ ਕੇ ਪੰਜਾਬ 'ਚ ਪਾਵਰ 'ਚ ਲਿਆਂਦਾ। ਪਰ ਕੈਪਟਨ ਅਮਰਿੰਦਰ ਸਾਹਿਬ ਪੰਜਾਬ ਦਾ ਭਲਾ ਕਰਨਗੇ, ਕੁਝ ਲਿਆਉਣਗੇ ਕਿ ਨਹੀਂ ਲਿਆਉਣਗੇ, ਪਰ ਅਰੂਸਾ ਉਦਣ ਤੇ ਆਈ ਹੋਈ ਹੈ। ਹੁਣ ਉਹਨਾਂ ਦਾ ਆ ਕੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ, ਮੁੱਖ ਮੰਤਰੀ ਦੇ ਨਾਲ ਦੀ ਕੋਠੀ ਦੇ ਵਿੱਚ 3.5 ਸਾਲਾਂ ਤੋਂ ਆ ਕੇ ਬੈਠਣਾ, ਇਹ ਬੜਾ ਵੱਡਾ ਤੇ ਸੀਰੀਅਸ ਇਸ਼ੂ ਹੈ। ਉਹਦਾ ਕਾਰਨ ਇਹ ਹੈ ਕਿਉਂਕਿ ਮੈਂ ਪੱਤਰਕਾਰਤਾ ਕੀਤੀ, ਮੈਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਖਬਾਰ ਦਾ ਇੰਚਾਰਜ ਸੀ। ਉਸ ਅਖਬਾਰ ਨੇ ਆਪਣੀ ਇੱਕ ਸੰਸਥਾ ਦਾ ਉਦਘਾਟਨ ਕਰਨਾ ਸੀ। ਉੱਥੋਂ ਪਾਕਿਸਤਾਨ ਤੋਂ ਭਾਈ ਲਾਲੋ ਦੇ ਜਿਹੜੇ ਰਿਸ਼ਤੇਦਾਰ ਸੀ ਉਹ ਕਰਦੇ ਹੁੰਦੇ ਸੀ, ਕੀਰਤਨ ਕਰਦੇ ਸੀ ਜੀ, ਤਾਂ ਉਹਨਾਂ ਨੂੰ ਵੀਜ਼ਾ ਦੇ ਕੇ ਉਹਦੇ 2 ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ, ਨਾਮੀ ਪਰਿਵਾਰ ਉਹ ਜੀ। ਪਰ ਉਹਨਾਂ ਨੂੰ ਸਿਰਫ ਤੇ ਸਿਰਫ ਸ਼ੰਭੂ ਦੇ ਲਾਗੇ ਉਸ ਅਖਬਾਰ ਦੇ ਦਫ਼ਤਰ ਚੱਕ ਜਾਣ ਦੀ ਇਜਾਜ਼ਤ ਸੀ। ਜੇਕਰ ਉਹ ਪਟਿਆਲੇ ਵੀ ਆਉਂਦੇ ਸੀ ਤਾਂ ਉਹਨਾਂ ਨੂੰ ਇਜਾਜ਼ਤ ਲੈ ਕੇ ਆਉਣਾ ਪੈਂਦਾ ਸੀ 30 ਕਿਲੋਮੀਟਰ ਵੀ ਇੱਧਰ। ਉਹਨਾਂ ਦਾ ਇਹ ਹੋਇਆ ਕਿ 2-3 ਦਿਨਾਂ ਦਾ ਉਹਨਾਂ ਦਾ ਵੀਜ਼ਾ ਸੀ। ਮੇਰੀ ਬੌਸ ਜਿਹੜੀ ਅਖਬਾਰ ਦੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਹਰਪ੍ਰੀਤ ਇਹਨਾਂ ਦਾ ਵੀਜ਼ਾ ਵਧਾ ਦਿਓ, ਤੁਸੀਂ ਜਾ ਕੇ ਪੁਲਿਸ SSP ਆਫਿਸ ਚਲੇ ਜਾਇਓ। ਮੈਨੂੰ ਪਤਾ ਨਹੀਂ ਸੀ, ਮੈਂ ਵੀ ਗਿਆ ਨਾਲ ਜਾ ਕੇ ਉਹਨੂੰ ਦੱਸਿਆ ਵੀ ਇਹ ਕਰਕੇ ਇਦਾਂ ਦਾ ਵੀਜ਼ਾ ਵਧਾਉਣਾ ਚਾਹੁੰਦੇ 2 ਦਿਨ। ਚਲੋ ਉਹਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ। ਉਸ ਤੋਂ ਬਾਅਦ ਚੋਂ ਲਗਾਤਾਰ ਮੈਨੂੰ ਕਦੇ ਕੋਈ CID ਦਾ ਫੋਨ, ਕਦੇ ਇੰਟੈਲੀਜੈਂਸੀ ਦਾ ਫੋਨ, ਕਦੇ ਕਿਸੇ ਦਾ ਫੋਨ ਵੀ ਉਹ ਬੰਦੇ ਸੀ ਤੁਹਾਡੇ ਕੋਲ ਕਿਵੇਂ ਆਏ, ਤੁਸੀਂ ਉਹਨਾਂ ਨੂੰ ਕਿਵੇਂ ਲੈ ਕੇ ਆਏ, ਤੁਸੀਂ ਉਹਨਾਂ ਨੂੰ ਪਾਕਿਸਤਾਨ 'ਚ ਕਿਵੇਂ ਜਾਣਦੇ ਸੀ। ਮੈਂ ਉਹਨਾਂ ਨੂੰ ਜਦੋਂ ਸਾਰੀ ਕਹਾਣੀ ਦੱਸੀ ਵੀ ਇਹ ਤਾਂ ਅਖਬਾਰ ਨਾਲ ਰਿਲੇਟਡ ਸੀ। ਮਤਲਬ ਬਹੁਤ ਪੜਾਵਾਂ 'ਚੋਂ ਸਾਡੇ ਅਖਬਾਰ ਨੂੰ ਜਾਂ ਮੈਨੂੰ ਨਿਕਲਣਾ ਪਿਆ। ਹੁਣ ਦੂਜੇ ਪਾਸੇ ਜਦੋਂ ਅਰੂਸਾ ਆਲਮ ਦੀ ਗੱਲ ਕਰਦੇ ਆ, ਉਸ ਮਾਮਲੇ 'ਚ ਕੱਲ ਭਗਵੰਤ ਮਾਨ ਨੇ ਇਹ ਕਿਹਾ ਬਿਲਕੁਲ ਕਿ ਅਰੂਸਾ ਆਲਮ ਦੇ ਮਾਮਲੇ 'ਚ ਪਤਾ ਲੱਗਣਾ ਚਾਹੀਦਾ ਕਿ ਅਰੂਸਾ ਆਲਮ ਇੱਥੇ 3.5 ਪੌਣੇ 4 ਸਾਲ ਦੇ ਕਿਵੇਂ ਬੈਠੇ ਆ। ਮੈਂ ਪਾਰਲੀਮੈਂਟ 'ਚ ਜਾ ਕੇ ਪੁੱਛੂੰਗਾ। ਸਵਾਲ ਵੱਡਾ ਹੈ। ਸਵਾਲ ਇਸ ਕਰਕੇ ਵੀ ਵੱਡਾ ਕਿ ਅਰੂਸਾ ਆਲਮ ਕੋਈ ਆਮ ਸ਼ਖਸੀਅਤ ਨਹੀਂ ਹੈ। ਅਰੂਸਾ ਆਲਮ ਵੱਡੇ ਅਖਬਾਰ ਵਾਸਤੇ, ਉੱਥੋਂ ਦੀ ਇੰਟੈਲੀਜੈਂਸੀ, ਉੱਥੋਂ ਦੀ ਮਿਲਟਰੀ ਖੇਤਰ ਦੀ, ਉੱਥੋਂ ਦੀ ਡਿਫੈਂਸ ਦੀ ਰਿਪੋਰਟਰ ਰਹੀ ਹੈ, ਜਿਹੜੀ ਇਸ ਲੈਵਲ ਤੱਕ ਹੈ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਦਾ ਕਿ ਉਹਨਾਂ ਦਾ ਇੰਟੈਲੀਜੈਂਸੀ ਨਾਲ, ਉਹਨਾਂ ਦਾ ਸਾਰੀਆਂ ਚੀਜ਼ਾਂ ਦੇ ਨਾਲ ਕਿਵੇਂ ਵਾਹ ਵਾਸਤਾ ਹੁੰਦਾ। ਫਿਰ ਜਦੋਂ ਉਸ ਤਰ੍ਹਾਂ ਦੀ ਸ਼ਖਸੀਅਤ ਸਾਡੇ ਮੁੱਖ ਮੰਤਰੀ ਦੇ ਘਰ 'ਚ ਆ ਕੇ ਬੈਠੀ ਹੋਵੇ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ। ਔਰ ਦੋਸ਼ ਤਾਂ ਇਹ ਵੀ ਲੱਗੇ ਸੀ ਕਿ ਜਦੋਂ ਕੈਪਟਨ ਅਮਰਿੰਦਰ ਪਾਵਰ 'ਚ ਨਹੀਂ ਸੀਗੇ ਤਾਂ ਉਸ ਬੀਬੀ ਦਾ ਅਰੂਸਾ ਦਾ ਵੀਜ਼ਾ ਵਧਾਉਣ ਵਾਸਤੇ ਇੱਕ ਬਠਿੰਡੇ ਤੋਂ ਬਣੀ ਹੋਈ MP, ਉਹਨਾਂ ਦੀ ਲੈਟਰ ਤੇ ਸਿਫਾਰਿਸ਼ ਹੁੰਦੀ ਸੀ ਕਿ ਇਹਦਾ ਵਧਾ ਦਿਓ ਵੀਜ਼ਾ। ਇਹ ਸਾਰੀ ਦੀ ਸਾਰੀ ਕੀ, ਇਹ ਸਾਰੇ ਖੇਡ ਕੀ ਹੈ, ਸਾਰੇ ਰਲ ਮਿਲ ਕੇ ਕੀ ਹੋ ਰਿਹਾ ਹੈ। ਔਰ ਜਦੋਂ ਬੰਦਾ ਇੱਥੇ 2 ਘੰਟੇ ਨਹੀਂ ਰਹਿ ਸਕਦਾ ਤਾਂ 4-4 ਸਾਲ ਇੱਥੇ ਬੰਦਾ ਕਿਵੇਂ ਬੈਠਾ ਹੈ, ਇਹ ਉੱਠਣਾ ਲਾਜ਼ਮੀ ਹੈ। ਇਕੱਲਾ ਇੱਥੇ ਨਹੀਂ ਹੈ ਗੱਲ। ਇਹ ਤਾਂ ਹੋ ਗਈ ਗੱਲ ਵੀ ਇੱਕ ਬੰਦਾ ਆਇਆ, ਉਹਦਾ ਵੀਜ਼ਾ ਵੱਧ ਗਿਆ ਜੀ, ਉਹ ਚਲਿਆ ਗਿਆ ਜੀ, ਰਹਿ ਗਿਆ ਜੀ। ਰੌਲਾ ਤਾਂ ਇਸ ਗੱਲ ਦਾ ਪੰਜਾਬ 'ਚ ਕਿਸੇ ਕਾਂਗਰਸੀ ਨੂੰ, ਕਿਸੇ MLA ਨੂੰ, ਕਿਸੇ ਮੰਤਰੀ ਨੂੰ ਜਾ ਕੇ ਪੁੱਛ ਲਿਓ ਕਿ ਜੀ ਉਹ ਸਾਰੀ ਬਦਲੀ ਕਰਾਉਣੀ ਸੀ ਫਲਾਣੇ ਦੀ ਜੀ, ਉਹ ਕਹਿੰਦੇ ਜੀ ਉਹ ਤਾਂ ਫਿਰ ਅਰੂਸਾ ਆਲਮ ਨੂੰ ਪੁੱਛ ਕੀ ਹੁੰਦੀ ਹੈ। ਮਤਲਬ ਇਸ ਤਰ੍ਹਾਂ ਦੇ ਹਾਲਾਤ ਤੁਹਾਡੇ ਹੋ ਗਏ ਕਿ ਅਰੂਸਾ ਆਲਮ ਇਹ ਕੈਪਟਨ ਅਮਰਿੰਦਰ ਦੀਆਂ ਜੋੜਾਂ 'ਚ ਬੈਠੂ ਕਿ ਨਹੀਂ ਬੈਠੂ। ਕੈਪਟਨ ਅਮਰਿੰਦਰ ਦਾ ਸਭ ਤੋਂ ਵੱਡੀ ਗੱਲ ਹੈ ਪੰਜਾਬ ਦਾ DGP ਬਣੇ ਦਿਨਕਰ ਗੁਪਤਾ ਸਾਹਿਬ। ਉਹਨਾਂ ਨੂੰ ਆਸ਼ੀਰਵਾਦ ਲੈਣਾ ਚਾਹੁੰਦੇ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ, ਮੰਦਿਰ ਜਿਹੜੇ ਦੀ ਆਸਥਾ ਰੱਖਦੇ ਨੇ ਉੱਥੇ ਜਾ ਕੇ ਮੱਥਾ ਟੇਕਦੇ, ਕਿਸੇ ਮਸੀਤ 'ਚ ਜਾਂਦੇ ਜਾਂ ਫਿਰ ਭਾਈਚਾਰੇ 'ਚ ਜਾਂਦੇ, ਕਿਸੇ ਸੰਤ ਮੁਨੀ ਦੇ ਪੈਰੀਂ ਹੱਥ ਲਾਉਂਦੇ ਜਾਂ ਫਿਰ ਕੈਪਟਨ ਅਮਰਿੰਦਰ ਦੀ ਲਾ ਲੈਂਦੇ। ਚਲੋ, ਪਰ ਗੱਲ ਇਹ ਹੈ ਕਿ ਦਿਨਕਰ ਗੁਪਤਾ ਸਾਹਿਬ ਦੀਆਂ ਫੋਟੋਆਂ ਰਿਲੀਜ਼ ਹੁੰਦੀਆਂ ਨੇ, ਗੋਦੀ 'ਚ ਬੈਠੇ ਵੀ ਅਰੂਸਾ ਆਲਮ ਦੇ। ਕੀ ਇਹ ਫੋਟੋਆਂ ਲੋਕਾਂ ਨੂੰ ਪਤਾ ਨਹੀਂ ਕਿ ਲੋਕਾਂ ਤਾਂ ਗੱਲਾਂ ਜਾਂਦੀਆਂ ਨਹੀਂ। ਸੋ ਇਹ ਜਿਹੜੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ
ਜਦੋਂ ਲੋਕ ਇਸ ਗੱਲ ਤੇ ਤੁਹਾਡੇ ਘਰ ਦਾ ਲਾਣੇਦਾਰ ਤੁਹਾਡੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਸਾਡੀ ਪੱਗ ਸਾਫ਼ ਹੋਣੀ ਚਾਹੀਦੀ ਹੈ। ਪੱਗ ਦਾ ਹੁੰਦਾ ਇੱਜ਼ਤ, ਇੱਜ਼ਤ ਸਾਫ਼ ਰੱਖਣੀ। ਜੇਕਰ ਲਾਣੇਦਾਰ ਦਾ ਆਪਦਾ ਕਿਰਦਾਰ ਡਾਈਸੀ ਹੋ ਜੇ ਨਾ, ਸ਼ੱਕੀ ਹੋ ਜੇ, ਫਿਰ ਉਹ ਪਰਿਵਾਰਾਂ ਦਾ ਬਣਦਾ ਕੁਝ ਨਹੀਂ ਹੁੰਦਾ ਜੀ। ਸਹੀ। ਸੋ ਇਸ ਕਰਕੇ ਕੈਪਟਨ ਅਮਰਿੰਦਰ ਵਰਗਾ ਏਡੇ ਕੱਦ ਵਾਲਾ ਨੇਤਾ ਜਦੋਂ ਇਸ ਤਰ੍ਹਾਂ ਦੀਆਂ ਮਤਲਬ ਇਹਨਾਂ ਹਾਲਾਤਾਂ 'ਚ, ਇਹਨਾਂ ਹਰਕਤਾਂ ਦੇ ਵਿੱਚ ਉਹ ਸ਼ਾਮਲ ਹੋਣਾ ਨਜ਼ਰ ਆ ਰਿਹਾ ਹੈ, ਤਾਂ ਫਿਰ ਪੰਜਾਬ ਦਾ ਭਵਿੱਖ ਕੀ ਨਜ਼ਰ ਆਊਗਾ। ਸੋ ਇਹ ਬੜੀ ਵੱਡੀ ਖਬਰ ਹੈ ਕਿ ਅਰੂਸਾ ਆਲਮ ਤਾਂ ਮਤਲਬ ਲੋਕ ਵਿਚਾਰੇ ਕੀ ਕਰਨ। ਪਹਿਲਾਂ ਉਹਨਾਂ ਨੇ ਅਕਾਲੀਆਂ ਤੋਂ ਖਹਿੜਾ ਛਡਾਇਆ ਵੀ ਪੰਜਾਬ ਦਾ ਕੁਛ ਨਾ ਕੁਛ ਕੈਪਟਨ ਅਮਰਿੰਦਰ ਕੁਛ ਕਰੂਗਾ, ਪਰ ਕੈਪਟਨ ਅਮਰਿੰਦਰ ਨੇ ਫੇਰ ਉਹੀ ਹਾਲ ਪੰਜਾਬ ਦਾ ਕਰਤਾ। ਹਾਂਜੀ, ਅਰੂਸਾ ਖੁਸ਼ ਹੈ, ਪੰਜਾਬ ਚਾਹੇ ਜਿੱਥੇ ਮਰਜ਼ੀ ਗਿਆ ਹੋਇਆ। ਪੰਜਾਬੀ ਕੀ ਕਰਨ? ਉਠਣੀ ਨਿਹਾਲੋ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ। ਸਾਡਾ ਤਾਂ ਹਾਲ ਹੋ ਗਿਆ ਵੀ ਇੱਕ ਤੋਂ ਖਹਿੜਾ ਛਡਾਉਂਦੇ ਆ, ਦੂਜਾ ਹੋ ਜਾ ਕੇ ਫਿਰ ਬੈਠ ਜਾਂਦਾ, ਫਿਰ ਕਿੱਥੇ ਜਾ ਕੇ ਅਸੀਂ ਖੜਾਂਗੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹ ਸਥਿਤੀ ਗੰਭੀਰ ਨੇ। ਇਹਨਾਂ ਸਾਰੀਆਂ ਚੀਜ਼ਾਂ ਤੇ ਚਰਚਾ ਹੋਣਾ ਚਾਹੀਦਾ। ਗੱਲ ਤਾਂ ਇਹ ਸੀ ਕਿ ਸਰਕਾਰ 24 ਘੰਟਿਆਂ 'ਚੋਂ 18 ਘੰਟੇ ਕੰਮ ਕਰਦੀ ਤਾਂ ਇਸ ਕਰਜ਼ਈ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ, ਪਰ ਸਰਕਾਰ ਦਾ ਪਤਾ ਲੱਗਦਾ ਕਿ ਇੱਕ ਹੈਲੀਕਾਪਟਰ ਕਿਸੇ ਬੀਬੀ ਦਾ ਕਤੂਰਾ ਲੈ ਕੇ ਹਿਮਾਚਲ ਜਾ ਰਿਹਾ ਹੈ, ਉੱਥੋਂ ਵਾਪਸ ਆ ਰਿਹਾ ਹੈ। ਕਿਹੜੇ ਚੱਜਾਂ 'ਚ ਅਸੀਂ ਪਏ ਹੋਏ ਹਾਂ? ਲੋਕ ਤੁਹਾਨੂੰ ਵਿਸ਼ਵਾਸ ਤੁਹਾਨੂੰ ਬਖਸ਼ਣਗੇ ਕਿਵੇਂ? ਹੁਣ ਅਕਾਲੀਆਂ ਨੂੰ ਤਾਂ 14 ਸੀਟਾਂ ਦੇ ਦਿੱਤੀਆਂ ਸੀ, ਪਰ ਜੇਕਰ ਇਹ ਸਰਕਾਰ ਦਾ ਇਹੀ ਹਾਲ ਰਿਹਾ ਜਿਸ ਤਰੀਕੇ ਨਾਲ ਇਹ ਵਿਚਰ ਰਹੀ ਹੈ, ਇਹ 14 ਦੀ ਵੀ ਆਸ ਨਾ ਰੱਖਣ। ਬਿਲਕੁਲ। ਕੀ ਭਵਿੱਖ ਹੋਣਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਕੁਝ ਹੋ ਰਿਹਾ ਹਰ ਦੇਸ਼ ਦੀ ਸਰਕਾਰ ਦੇ ਵਿੱਚ। ਪਰ ਅੱਜ ਜਿਹੜਾ ਸਮਾਂ ਦੱਸ ਰਿਹਾ ਕਿ ਆਪਣਾ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਹੈ। ਤੁਸੀਂ ਬਹੁਤ ਡੂੰਘੇ ਤਰੀਕੇ ਦੇ ਨਾਲ ਜਾ ਕੇ, ਜੇ ਅਸੀਂ ਚਾਈਨਾ ਦੀ ਗੱਲ ਕਰੀਏ ਤਾਂ ਪੂਰਾ ਪਹਾੜ ਖੇਤਰ, ਸਾਰੇ ਖੇਤਰਾਂ ਦੇ ਨਾਮ, ਮਤਲਬ ਇੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਹੈਗੀ ਹੈ। ਜੀ ਕਰਦਾ ਹੁੰਦਾ ਕਿ ਹੋਰ ਖਬਰਾਂ ਦੀ ਜਿਹੜੀ ਡੂੰਘਾਈ ਤੱਕ ਜਾਇਆ ਜਾਵੇ, ਪਰ ਟਾਈਮ ਇਜਾਜ਼ਤ ਨਹੀਂ ਦਿੰਦਾ। ਅਗਲੀ ਵਾਰੀ ਫਿਰ ਅਸੀਂ ਹਫਤੇ ਵਿੱਚ ਕੋਈ ਨਾ ਕੋਈ ਖਬਰ ਜਿਹੜੀ ਹੈ ਸਾਹਮਣੇ ਆਈ ਜਾਣੀ ਹੈ ਤੇ ਉਹਦੇ ਬਾਰੇ ਗੱਲ ਕਰਾਂਗੇ। ਉਹਦੇ ਲਈ ਤੁਹਾਡਾ ਧੰਨਵਾਦ, ਤੁਸੀਂ ਟਾਈਮ ਟੂ ਟਾਈਮ ਕੱਢਦੇ ਹੋ। ਸ਼ੁਕਰੀਆ ਅਰਸ਼ੀ, ਥੈਂਕ ਯੂ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਹੀ ਗੱਲਬਾਤ ਜਿਹੜੀ ਹੈ ਰਾਜਨੀਤੀ ਦੇ ਬਾਰੇ ਹੁੰਦੀ ਹੈ, ਇਸ ਤਰ੍ਹਾਂ ਹੀ ਮੁੱਦਿਆਂ ਦੇ ਬਾਰੇ ਗੱਲਬਾਤ ਹੁੰਦੀ ਹੈ। ਅਗਲੇ ਹਫਤੇ ਤੁਹਾਡੇ ਤੱਕ ਫਿਰ ਇਹ ਪ੍ਰੋਗਰਾਮ ਲੈ ਕੇ ਆਵਾਂਗੇ। ਫਿਲਹਾਲ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।